ਜਥੇਦਾਰ ਹੁਣੀ ਜਿਹੜਾ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਲਿਖਿਆ ਕਿ ਬਹੁਤ ਘਾਤਕ ਗੱਲ ਹੋਈ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਖਤਮ ਹੋ ਗਿਆ। ਅਕਾਲੀ ਦਲ ਜਿਹੜਾ ਕੱਲ੍ਹ ਸ਼ੁਰੂਆਤ ਹੋਈ ਸੀ 1920 ਦੇ ਵਿੱਚ ਦਸੰਬਰ 'ਚ ਹੋਈ ਸੀ ਜੀ, ਨਾ ਉਹ ਖਤਮ ਹੋਇਆ ਸੀ ਕਿਸੇ ਤੋਂ, ਚਾਹੇ ਅੰਗਰੇਜ਼ਾਂ ਦਾ ਮੌਕਾ ਵੀ ਸੀ ਜੀ, ਚਾਹੇ ਚਾਹੇ ਮਗਰੋਂ ਬਾਅਦ ਦੇ ਵਿੱਚ ਹੁਣ ਦਾ ਵੀ ਲਾ ਲਓ, ਤੇ ਨਾ ਉਹ ਅਕਾਲੀ ਦਲ ਖਤਮ ਹੋਣਾ। ਅਕਾਲੀ ਦਲ ਇੱਕ ਬੰਦਿਆਂ ਦਾ ਗਰੁੱਪ ਨੇ, ਇੱਕ ਅਕਾਲੀ ਸੋਚ ਆ ਜਿਹੜੇ ਸਮਰਪਿਤ ਅਕਾਲ ਤਖਤ ਨੂੰ, ਅਕਾਲ ਪੁਰਖ ਨੂੰ ਹੈ ਜੀ। ਅਕਾਲੀ ਕੌਣ? ਅਕਾਲ ਪੁਰਖ ਨੂੰ ਮੰਨਣ ਵਾਲਾ। ਵੀਰ ਬਾਦਲ ਪਹਿਲਾਂ ਵੀ ਤੇ ਹੁਣ ਵੀ ਇਲੈਕਸ਼ਨਾਂ 'ਚ ਇੱਕ ਬੀਬੀ ਦੇ ਚਰਨੀ ਹੱਥ ਲਾਉਂਦਾ, ਉੱਥੇ ਆਸ਼ੀਰਵਾਦ ਲੈਂਦਾ, ਕਿਤੇ ਉਹ ਮੱਥੇ ਤੇ ਤਿਲਕ ਲਾਉਂਦਾ, ਕਿਤੇ ਇਹ ਬਾਦਲ ਸਾਹਿਬ ਵੀ ਵੱਡੇ ਵੀ ਤੇ ਛੋਟਾ ਵੀ ਇਹ ਜਾ ਕੇ ਉੱਥੇ ਹਵਨਾਂ 'ਚ ਬਹਿੰਦੇ ਆ। ਫਿਰ ਇਹ ਦੇਖ ਲਓ ਕਿ ਵੀ ਜਿਹੜੀ ਹਰਸਿਮਰਤ ਕੌਰ ਆ ਉਹ ਸ਼ਿਵਲਿੰਗ ਦੀ ਪੂਜਾ ਕਰਦੀ ਆ ਜੀ ਜੀ। ਉਹੋ ਹੀ ਇਹੋ ਜਿਹੇ ਉਹ ਜਿਹੜੇ ਕਰਮ ਕਾਂਡ ਕਰਦੇ ਆ ਜੀ, ਔਰ ਉਹ ਜਥੇਦਾਰ ਹੁਣਾਂ ਨੇ ਅੱਖੋਂ ਪੁਰਖੇ ਕੀਤੇ ਜਿਹੜੇ ਕਿ ਵਿਰੋਧੀ 'ਚ ਚੱਲਦੇ ਆ, ਜਿਹੜੇ ਸੰਤਾਂ ਦੀ ਭਿੰਡਰਾਂ ਵਾਲਿਆਂ ਦੀ ਤਸਵੀਰਾਂ ਲੂੰਦੇ, ਜਿਹੜੇ ਕਹਿੰਦੇ ਇੱਥੇ ਲਾਵਾਂਗੇ ਕਰਕੇ, ਉਹਨਾਂ ਨੂੰ ਇਹਨਾਂ ਨੇ ਸੱਦਿਆ। ਜਿਹੜੇ ਉਹ ਸੂਰੀ ਵਰਗੇ ਸਿੱਖਾਂ ਨੂੰ ਗਾਲਾਂ ਕੱਢਦੇ ਆ, ਔਰ ਦਿੱਲੀ ਵਾਲਿਆਂ ਉਹਨਾਂ ਦੇ ਨਾਲ ਇਹ ਅਨਕੰਡੀਸ਼ਨਲੀ ਦਿੱਲੀ ਦੇ ਵਿੱਚ ਰਲ ਗਏ ਸੀਗੇ। ਪਰ ਉੱਥੋਂ ਜਦੋਂ ਇਹਨਾਂ ਨੇ ਆਹ ਕਿਸਾਨ ਮੋਰਚੇ ਜਿਹੜੇ ਕਿਸਾਨ ਦੇ ਬਿੱਲ ਸੀ ਉਹਨਾਂ 'ਤੇ ਸਾਈਨ ਕੀਤੇ, ਜਦੋਂ ਬਾਹਰ ਰੌਲਾ ਪਿਆ ਇਹਨਾਂ ਦੇ ਵਿਰੋਧ ਧਰਨੇ ਲੱਗਣ ਲੱਗੇ ਤੇ ਇਹ ਆ ਗਿਆ ਜੀ ਇਹ ਕੁਰਬਾਨੀ ਕਰਤੀ। ਕੀ ਕੁਰਬਾਨੀ ਕਰਤੀ ਬਈ ਤੁਸੀਂ? ਸ਼੍ਰੋਮਣੀ ਕਮੇਟੀ ਜਿਹੜੀ ਆ ਨਾ ਉਹਦੀਆਂ ਇਲੈਕਸ਼ਨਾਂ ਨਾ ਕਿਤੇ ਕਰਾ ਦੇਣ। ਜੇ ਕਰਾ ਦਿੱਤੀਆਂ ਤੇ ਬਾਦਲਾਂ ਦਾ ਉੱਥੋਂ ਵੀ ਕਬਜ਼ਾ ਜਾਂਦਾ ਲੱਗਣਾ। ਜੇ ਉਹਨਾਂ ਦਾ ਕਬਜ਼ਾ ਜਾਂਦਾ ਤਾਂ ਫਿਰ ਜਿਹੜੇ ਆਉਣਗੇ ਫਿਰ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਪੁੱਛਣਗੇ ਵੀ ਜਥੇਦਾਰ ਜੀ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਸਿੱਖਾਂ ਨੂੰ ਕੀ ਦਿੱਤਾ ਤੇ ਕੀ ਗਵਾਇਆ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ 14ਵੇਂ ਜਥੇਦਾਰ ਜਿਹੜੇ ਸੀ, ਉਹਨਾਂ ਨੇ ਕੌਮ ਨੂੰ ਜਗਾਇਆ, ਉਹਨਾਂ ਨੇ ਉਸ ਗਾਂ ਰਾਹ ਦਿੱਤਾ। ਤੇ ਉਹਨਾਂ ਦੇ ਇੱਕ ਵਚਨ ਸੀ ਕਿ ਵੀ ਜੇ ਸਾਡੇ ਇੱਥੇ ਆਰਮੀ ਜਾਂ ਪੁਲਿਸ ਵਾਲੇ ਹਰਿਮੰਦਰ ਸਾਹਿਬ ਆ ਬੜੇ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊ ਜੀ। ਅੱਜ ਉਹ ਕੀ ਕਰ ਰਹੇ ਬਾਬਾ ਧੁੰਮਾ ਉਸ ਜਥੇਬੰਦੀ ਦਾ ਮੁਖੀ ਜਿਹਨੂੰ ਕਹਾਉਂਦਾ ਆ, ਵੱਡੇ ਬਾਦਲ ਦੇ ਚਰਨਾਂ 'ਚ ਬੈਠੇ ਆ। ਬਾਬਾ ਧੁੰਮਾ ਦੀ ਇਹਨਾਂ ਦੀਆਂ ਅਪੀਲਾਂ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੀਆਂ ਅਪੀਲਾਂ ਬਈ ਬਾਦਲਾਂ ਨੂੰ ਜਿਤਾਉਣਾ, ਹੁਣ ਆਪਣੇ ਆਪ ਹੀ ਸੋਚ ਲੈਣ ਵੀ ਇਹਨਾਂ ਦੀ ਲੋਕਾਂ ਨੇ ਕਿੰਨੀ ਕੁ ਸੁਣੀ ਆ। ਤੇ ਜੇ ਆਪਾਂ ਸੱਚੀ ਜਾਣੀਏ ਨਾ, ਬੰਦਾ ਇਨਸਾਨੀ ਨਾਤੇ ਕੋਈ ਵੀ ਕਿਤੇ ਵੀ ਕਿਤੇ ਹੁੰਦਾ ਨਾ, ਤੇ ਉਹ ਕਹਿੰਦਾ ਵੀ ਸਾਡੀ ਸੁਣੀ ਨਹੀਂ, ਅਸੀਂ ਤਾਂ ਬਥੇਰੇ ਕੀਰਨੇ ਪਏ, ਬਥੇਰੇ ਤੜਲੇ ਕੀਤੇ, ਲੋਕਾਂ ਨੂੰ ਸੁਣੀ। ਇਸ ਕਰਕੇ ਲੋਕ ਸਾਨੂੰ ਨਹੀਂ ਮੰਨਦੇ ਤੇ ਦੋਹਾਂ ਨੂੰ ਡਿਜ਼ਾਈਨ ਕਰਕੇ ਫਤਿਹ ਕੇ ਜਾ ਕੇ ਲਾਂਭੇ ਹੋ ਜਾਣਾ ਚਾਹੀਦਾ ਆ। ਪਰ ਜਿਹੜਾ ਉਸ ਕੁਰਸੀ ਤੇ ਬੈਠ ਕੇ ਕਰਦਾ ਕੀ ਉਹਦਾ ਇਹ ਕਿਰਦਾਰ ਜਿਹੜਾ ਸਹੀ ਆ? ਕਿ ਉਹਨਾਂ ਨੂੰ ਪਤਾ ਆ ਕਿ ਵੀ ਇਹ ਜਿਹੜੀ ਕੁਰਸੀ ਤੇ ਬੈਠੇ ਇਹ ਕਿਹੋ ਜਿਹੀ ਕੁਰਸੀ ਆ, ਇੱਥੋਂ ਕੀ ਕਰਨਾ ਆ? ਅਕਾਲੀ ਦਲ ਦਾ ਪ੍ਰਧਾਨ ਆ, ਉਹ ਜਾ ਕੇ ਮੱਥਿਆਂ ਤੇ ਟਿੱਕੇ ਲਵਾਉਂਦਾ, ਆਸ਼ੀਰਵਾਦ ਲੈਂਦਾ, ਕਿ ਅਕਾਲ ਤਖਤ ਦੇ ਜਥੇਦਾਰ ਨੂੰ ਦੀਦਾ ਨਹੀਂ। ਅਗਰ ਜੇ ਅਕਾਲ ਤਖਤ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਅਗਰ ਉਹਨਾਂ ਨੂੰ ਰੋਕਦਾ ਤਾਂ ਹੋ ਸਕਦਾ ਇੰਨੀ ਉਹਨਾਂ ਦੀ ਮਾੜੀ ਹਾਲਤ ਨਾ ਹੁੰਦੀ। ਕਾਰਜਕਾਰੀ ਜਥੇਦਾਰ ਨੇ ਤੁਹਾਨੂੰ ਕਹਿਤਾ ਬਦਤਮੀਜ਼ ਆ, ਵੀ ਕੀ ਤੁਸੀਂ ਬਦਤਮੀਜ਼ ਆ? ਤੇ ਜੇ ਜਥੇਦਾਰ ਖੁਦ ਵੀ ਤਾਂ ਅਕਾਲ ਤਖਤ ਦਾ ਜਿਹੜਾ ਕਾਰਜਕਾਰੀ ਜਥੇਦਾਰ ਉਹ ਵੀ ਤਾਂ ਆਪਣੇ ਆਪ ਨੂੰ ਸਿੱਖ ਹੀ ਕਹਾਉਂਦਾ, ਤਾਂ ਫਿਰ ਉਹ ਆਪਣੇ ਆਪ ਨੂੰ ਕਿਹੜਾ ਖਿਤਾਬ ਦੇਊਗਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਇੱਕ ਵਾਰ ਫਿਰ ਜੁੜ ਚੁੱਕੇ ਹਾਂ ਇੰਗਲੈਂਡ ਬਰਮਿੰਘਮ ਦੀ ਧਰਤੀ ਤੋਂ। ਪਿਛਲੇ ਦਿਨੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਯਾਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ ਵੋਟਾਂ ਦੇ ਰਿਜ਼ਲਟ ਤੋਂ ਬਾਅਦ। ਉਹਨਾਂ ਵੱਲੋਂ ਬਿਆਨ ਦੇ ਵਿੱਚ ਜਿਹੜਾ ਇੱਕ ਚਿੰਤਾ ਵਿਅਕਤ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਾਰ ਜਾਣਾ ਕਿਤੇ ਨਾ ਕਿਤੇ ਪੰਥ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਜਿਹੜਾ ਹੈ ਉਹ ਭਿਅੰਕਰ ਹੈ। ਇਸ ਦੇ ਨਾਲ ਨਾਲ ਉਹਨਾਂ ਵੱਲੋਂ ਜਿਹੜੀ ਗੱਲ ਕਹੀ ਗਈ ਕਿ ਅੱਜ ਦਾ ਸਿੱਖ ਜਿਹੜਾ ਹੈ ਉਹ ਬਦਤਮੀਜ਼ ਹੋ ਚੁੱਕਿਆ। ਸੋ ਉਹਨਾਂ ਦਾ ਇਹ ਬਿਆਨ, ਇਹ ਸਟੇਟਮੈਂਟ ਜਿਹੜੀ ਹੈ ਕੰਟਰੋਵਰਸ਼ੀਅਲ ਹੋ ਗਈ। ਦੁਨੀਆ ਭਰ ਦੇ ਵਿੱਚ ਬੈਠੇ ਹੋਏ ਸਿੱਖਾਂ ਨੇ ਇਤਰਾਜ਼ ਇਹਦੇ ਉੱਤੇ ਜਤਾਇਆ ਕਿ ਆਖਰ
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋ ਕੇ, ਸਮੂਹ ਸਿੱਖਾਂ ਦੇ ਸਾਂਝੇ ਜਥੇਦਾਰ ਹੋ ਕੇ, ਤਾਂ ਇੱਕ ਪਾਰਟੀ ਦੀ ਹਮਾਇਤ ਕਰਨਾ, ਉਸ ਤੋਂ ਬਾਅਦ ਅੱਜ ਦੇ ਸਿੱਖ ਨੂੰ ਬਦਤਮੀਜ਼ ਕਹਿ ਦੇਣਾ ਕਿੱਥੋਂ ਤੱਕ ਜਾਇਜ਼ ਹੈ? ਆਖਰ ਉਹਨਾਂ ਦੇ ਮਨਸ਼ਾ ਕੀ ਹੈ ਇਸ ਬਿਆਨ ਦੇ ਪਿੱਛੇ? ਇਹ ਗੱਲਬਾਤ ਜਿਹੜੀ ਹੈ ਜਦੋਂ ਵਿਦੇਸ਼ ਦੇ ਵਿੱਚ ਪਹੁੰਚਦੀ ਹੈ ਤਾਂ ਵਿਦੇਸ਼ੀ ਸਿੱਖਾਂ ਵੱਲੋਂ ਵੀ ਇਸ ਉੱਤੇ ਜਿਹੜਾ ਰੋਸ ਪ੍ਰਗਟ ਕੀਤਾ ਗਿਆ। ਇੱਕ ਮਨ ਦੇ ਵਿੱਚ ਜਿਹੜਾ ਹੈ ਸਾਰਿਆਂ ਦੇ ਗੁੱਸਾ ਵੀ ਸੀ ਇਸ ਗੱਲ ਦਾ। ਸੋ ਸਾਡੇ ਨਾਲ ਸਰਦਾਰ ਗੁਰਦਿਆਲ ਸਿੰਘ ਜੀ ਅਟਵਾਲ ਖੜੇ ਹੋਏ ਨੇ, ਇਹਨਾਂ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ। ਸੋ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਆਏ ਹਾਂ ਕਿ ਆਖਰ ਉਹ ਵੀਡੀਓ ਜਾਂ ਫਿਰ ਇਹਨਾਂ ਦੇ ਜਿਹੜੇ ਉਹਦੇ ਉੱਤੇ ਰਿਐਕਸ਼ਨ ਸੀ ਵਿਦੇਸ਼ੀ ਸਿੱਖਾਂ ਦਾ ਖਾਸ ਤੌਰ ਦੇ ਉੱਤੇ ਕੀ ਹੈ, ਉਹਨਾਂ ਦੇ ਬਿਆਨ ਨੂੰ ਕਿਵੇਂ ਲੈਣਾ ਚਾਹੀਦਾ। ਤੋ ਆਓ ਆਪਾਂ ਸਰਦਾਰ ਗੁਰਦਿਆਲ ਸਿੰਘ ਅਟਵਾਲ ਹੋਰਾਂ ਨੂੰ ਪਹਿਲਾਂ ਜੀ ਆਇਆਂ ਨੂੰ ਕਰਦੇ ਹਾਂ। ਅਟਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਅਟਵਾਲ ਸਾਹਿਬ, ਪਿਛਲੇ ਦਿਨੀ ਤੁਹਾਡੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖੀ ਸੀ, ਯਾਨੀ ਜਿਹੜੇ ਜਥੇਦਾਰ ਨੇ ਹਰਪ੍ਰੀਤ ਸਿੰਘ, ਉਹਨਾਂ ਦੀ ਸਟੇਟਮੈਂਟ ਆਉਣ ਤੋਂ ਬਾਅਦ ਤੁਸੀਂ ਉਹ ਵੀਡੀਓ ਜਿਹੜੀ ਆ ਪਾਈ ਹੈ, ਉਹਦੇ ਵਿੱਚ ਤੁਸੀਂ ਕਾਫੀ ਕੁਝ ਜਿਹੜਾ ਕਿਹਾ। ਸੋ ਮੈਂ ਚਾਹੁੰਦਾ ਕਿ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਦੱਸੀਏ ਕਿ ਆਖਰ ਉਹਨਾਂ ਦੇ ਬਿਆਨ ਨੂੰ ਕਿਉਂ ਜਿਹੜਾ ਇਸ ਤਰੀਕੇ ਦੇ ਨਾਲ ਲੈਣਾ ਪਿਆ ਸਮੂਹ ਸਿੱਖਾਂ ਨੂੰ, ਜਿਵੇਂ ਜਿਵੇਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਲੱਗਦਾ ਕਿ ਜਾਇਜ਼ ਹੈ ਜਾਂ ਫਿਰ ਨਹੀਂ, ਜੇ ਨਹੀਂ ਤਾਂ ਕਿਉਂ? ਉਹਨਾਂ ਦਾ ਜਿਹੜਾ ਬਿਆਨ ਸੀ ਨਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਜੀ, ਬਿਲਕੁਲ ਗਲਤ ਸੀ। ਅੱਛਾ, ਕਿਉਂ? ਪਹਿਲੀ ਤਾਂ ਗੱਲ ਹੈ ਕਿ ਵੀ ਜਥੇਦਾਰ ਹੁਣੀ ਜਿਹੜਾ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਲਿਖਿਆ ਕਿ ਬਹੁਤ ਘਾਤਕ ਗੱਲ ਹੋਈ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ, ਅਕਾਲੀ ਦਲ ਖਤਮ ਹੋ ਗਿਆ। ਅਕਾਲੀ ਦਲ ਜਿਹੜਾ ਕੱਲ੍ਹ ਸ਼ੁਰੂਆਤ ਹੋਈ ਸੀ 1920 ਦੇ ਵਿੱਚ ਦਸੰਬਰ 'ਚ ਹੋਈ ਸੀ ਜੀ, ਨਾ ਉਹ ਖਤਮ ਹੋਇਆ ਸੀ ਕਿਸੇ ਤੋਂ, ਚਾਹੇ ਅੰਗਰੇਜ਼ਾਂ ਦਾ ਮੌਕਾ ਵੀ ਸੀ ਜੀ, ਚਾਹੇ ਮਗਰੋਂ ਬਾਅਦ ਦੇ ਵਿੱਚ ਹੁਣ ਦਾ ਵੀ ਲਾ ਲਓ, ਤੇ ਨਾ ਉਹ ਅਕਾਲੀ ਦਲ ਖਤਮ ਹੋਣਾ। ਅਕਾਲੀ ਦਲ ਇੱਕ ਬੰਦਿਆਂ ਦਾ ਗਰੁੱਪ ਨੇ, ਇੱਕ ਅਕਾਲੀ ਸੋਚ ਆ ਜਿਹੜੇ ਸਮਰਪਿਤ ਅਕਾਲ ਤਖਤ ਨੂੰ, ਅਕਾਲ ਪੁਰਖ ਨੂੰ ਹੈ। ਅਕਾਲੀ ਕੌਣ? ਅਕਾਲ ਪੁਰਖ ਨੂੰ ਮੰਨਣ ਵਾਲਾ, ਜਿਹੜਾ ਸਿਰਫ ਤੇ ਸਿਰਫ ਸ਼ਬਦ ਗੁਰੂ ਨੂੰ ਤੇ ਅਕਾਲ ਪੁਰਖ ਨੂੰ ਮੰਨਦਾ, ਇਹੀ ਰਹਿਤ ਮਰਿਆਦਾ ਵਿੱਚ ਕਿਸੇ ਹੋਰ ਨੂੰ ਨਹੀਂ ਮੰਨਦਾ। ਜਿਹੜੀ ਹਾਰ ਹੋਈ ਆ ਉਹ ਬਾਦਲ ਪਰਿਵਾਰ ਦੀ ਇੱਕ ਸਿਆਸੀ ਉਹਨਾਂ ਦੀ ਘਾਤਕ ਹੋਈ ਸਿੱਧੇ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਇਹ ਨਹੀਂ ਪਤਾ ਸੀ ਜਦੋਂ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਦੋਂ ਜਾ ਕੇ ਸਾਧਾਂ ਦੇ ਡੇਰੇ ਤੇ ਮੱਥਾ ਟੇਕਦੇ ਆ, ਚਰਨਾਂ 'ਚ ਬਹਿੰਦੇ ਆ, ਆਮ ਸੋਸ਼ਲ ਮੀਡੀਆ ਤਸਵੀਰਾਂ ਬਿਲਕੁਲ, ਔਰ ਸੌਦਾ ਸਾਧ ਦੇ ਜਾਂਦੇ ਆ ਉਹ ਸਿਰਸੇ ਵਾਲੇ ਦੇ ਜੀ, ਉਹਦੀ ਜਦੋਂ ਇਹ ਚੀਜ਼ ਦੇ ਵੋਟਾਂ ਦੇ ਸਰਕਲ ਦੇ ਵਿੱਚ ਆ ਕੇ ਔਰ ਉਹਨੂੰ ਜਦੋਂ ਮਾਫੀ, ਪਹਿਲਾਂ ਤਾਂ ਉਹਦੇ ਉੱਤੇ ਇਹੋ ਜਿਹਾ ਸਕੰਜਾ ਕੱਸਦੇ ਆ ਡਰਾ ਕੇ ਵੀ ਵੋਟਾਂ ਸਾਨੂੰ ਆਉਣ, ਤੇ ਉਹਨੂੰ ਛੇਕ ਦਿੰਦੇ ਆ। ਬਿਲਕੁਲ। ਫਿਰ ਮੁੜ ਕੇ ਉਹਨੂੰ ਮਾਫੀ ਦਿੰਦੇ ਆ। ਮਾਫੀ ਦੇਣ ਲਈ ਜਥੇਦਾਰਾਂ ਨੂੰ ਸੱਦ ਕੇ ਆਪਦੀ ਕੋਠੀ ਦੇ ਵਿੱਚ ਉਸ ਵੇਲੇ ਕਿ ਹੁਕਮ ਕਰਦੇ ਵੀ ਆਹ ਕੰਮ ਕਰੋ। ਫਿਰ ਉਹਨੂੰ ਸਿੱਧ ਕਰ ਲਈ ਤਕਰੀਬਨ 90 ਤੋਂ 93 ਲੱਖ ਰੁਪਏ ਦੇ ਇਸ਼ਤਿਹਾਰ ਦਿੰਦੇ ਆ ਵੀ ਇਹ ਬਹੁਤ ਵਧੀਆ ਜਿਹੜੀ ਮਾਫੀ ਦੇ ਦਿੱਤੀ ਕਰ ਦਿੱਤੀ ਹੈ। ਜੀ। ਉਦੋਂ ਬਾਅਦ ਦੇ ਵਿੱਚ ਫੇਜ਼ ਸ਼ੇਕ ਹੁੰਦੇ ਆ। ਕਿੱਡੀ ਭੈੜੀ ਚੀਜ਼ ਆ ਉਹ। ਚਲੋ ਇਹਨਾਂ ਦੇ ਮੌਕੇ ਤੋਂ ਪਹਿਲਾਂ ਦੀ ਗੱਲ ਆ, ਪਰ ਜਦੋਂ ਇਹ ਕਾਰਜਕਾਰੀ ਬਣ ਗਏ, ਪਹਿਲੀ ਤਾਂ ਗੱਲ ਆ ਜਿੰਨਾ ਮੈਨੂੰ ਪਤਾ ਆ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਅੱਜ ਤਾਈਂ ਐਕਟਿੰਗ ਜਥੇਦਾਰ ਤਾਂ ਬਣਦੇ ਆਏ, ਪਰ ਕਾਰਜਕਾਰੀ ਜਿਹੜਾ ਇਹਨਾਂ ਨੂੰ ਕਿਉਂ ਬਣਾਇਆ ਗਿਆ? ਜਦੋਂ ਪਹਿਲਾ ਜਦ ਤੱਕ ਜਥੇਦਾਰ ਸੀ ਭਾਈ ਗੁਰਬਚਨ ਸਿੰਘ ਹੋਣੀ, ਉਹਨਾਂ ਨੂੰ ਹਟਾ ਦਿੱਤਾ ਗਿਆ, ਪਰ ਉਹਨਾਂ ਦੇ ਥਾਂ ਤੇ ਜਥੇਦਾਰ ਕਾਰਜਕਾਰੀ ਕਿਉਂ ਲਾਇਆ? ਉਹਦਾ ਵੀ ਮਤਲਬ ਇੱਕ ਟਾਈਮ ਤੇ ਹੋਣਾ ਚਾਹੀਦਾ ਸੀਗਾ, ਪੀਰੀਅਡ ਹੋਣਾ ਚਾਹੀਦਾ ਸੀ। ਉਹਦੇ ਵਿੱਚ ਪਰਮਾਨੈਂਟ ਥਾਪਣਾ ਚਾਹੀਦਾ ਸੀ। ਓਕੇ, ਦੈਟਸ ਕਰੈਕਟ। ਪਰ ਉਹ ਟੈਂਪਰੇਰੀ ਕਿਉਂ ਲਾਇਆ? ਕਿਉਂਕਿ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਸੀ ਵੀ ਅਸੀਂ ਇੱਕ ਕਾਰਜਕਾਰੀ ਰੱਖਾਂਗੇ ਤੇ ਇਹ ਸਾਡੇ ਇਸ਼ਾਰਿਆਂ ਤੇ ਚੱਲਦਾ ਰਹੂ। ਪਰ ਮੈਂ ਇਹ ਤੋਂ ਪਹਿਲਾਂ ਇੱਕ ਪਿੱਛੇ ਆ ਕੇ ਮੈਂ ਜਦੋਂ ਵੀ ਇਹ ਨਹੀਂ ਪਤਾ ਵੀ ਸੁਖਬੀਰ ਬਾਦਲ ਪਹਿਲਾਂ ਵੀ ਤੇ ਹੁਣ ਵੀ ਇਲੈਕਸ਼ਨਾਂ 'ਚ ਇੱਕ ਬੀਬੀ ਦੇ ਚਰਨੀ ਹੱਥ ਲਾਉਂਦਾ, ਉੱਥੇ ਆਸ਼ੀਰਵਾਦ ਲੈਂਦਾ, ਕਿਤੇ ਉਹ ਮੱਥੇ ਤੇ ਤਿਲਕ ਲਾਉਂਦਾ, ਕਿਤੇ ਇਹ ਬਾਦਲ ਸਾਹਿਬ ਵੀ ਵੱਡੇ ਵੀ ਤੇ ਛੋਟਾ ਵੀ ਇਹ ਜਾ ਕੇ ਉੱਥੇ ਹਵਨਾਂ 'ਚ ਬਹਿੰਦੇ ਆ। ਫਿਰ ਇਹ ਦੇਖ ਲਓ ਕਿ ਵੀ ਜਿਹੜੀ ਹਰਸਿਮਰਤ ਕੌਰ ਆ ਉਹ ਸ਼ਿਵਲਿੰਗ ਦੀ ਪੂਜਾ ਕਰਦੀ ਆ। ਉਹੋ ਹੀ ਇਹੋ ਜਿਹੇ ਉਹ ਜਿਹੜੇ ਕਰਮ ਕਾਂਡ ਕਰਦੇ ਸੀ, ਔਰ ਉਹ ਜਥੇਦਾਰ ਹੋਣਾ ਨੇ ਅੱਖੋਂ ਪਰੋਖੇ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀਆਂ ਬੇਅਦਬੀਆਂ ਕੀਤੀਆਂ ਜਾਂ ਹੋਈਆਂ ਜਾਂ ਕਰਾਈਆਂ ਗਈਆਂ
ਜਾਂ ਉਹਨਾਂ ਨੂੰ ਕਰਨ ਵਾਲਿਆਂ ਨੂੰ ਫੜਨ ਲਈ ਅੱਖੋਂ ਪਰੋਖੇ ਕੀਤਾ। ਬਾਦਲ ਪਰਿਵਾਰ ਨੇ ਕੀਤਾ। ਕੀਰਤਨ ਕਰਦਿਆਂ ਦੇ ਸ਼ਾਂਤਮਈ ਤਰੀਕੇ ਬੈਠਿਆਂ ਤੇ ਗੋਲੀਆਂ ਚਲਾਈਆਂ ਗਈਆਂ। ਉਹਨਾਂ ਦੇ ਵਿੱਚ 2 ਸਿੰਘ ਸ਼ਹੀਦ ਹੋਏ ਜੀ। ਉਦੋਂ ਬਾਅਦ ਦੇ ਵਿੱਚ ਇਹਨਾਂ ਨੂੰ ਜਦੋਂ ਕਿਹਾ ਗਿਆ, ਇਹਨਾਂ ਨੇ ਕੁਛ ਨਹੀਂ ਕੀਤਾ। ਤੇ ਸਮੇਧ ਸੈਣੀ ਕਹਿ ਰਿਹਾ ਕਿ ਵੀ ਜਿਹੜਾ ਵੀ ਗੋਲੀ ਚਲਾਉਣ ਦਾ ਹੁਕਮ ਬਾਦਲਾਂ ਨੇ ਦਿੱਤਾ ਜੀ। 84 ਦੇ ਮੌਕੇ ਉਦੋਂ ਬਾਅਦ ਦੇ ਵਿੱਚ ਸਮੇਧ ਸੈਣੀ ਨੇ ਸਿੱਖਾਂ ਦੇ ਪੁੱਤ ਮਰਵਾਏ ਜੀ, ਔਰ ਉਸ ਬੰਦੇ ਨੂੰ DGP ਲਾਇਆ। ਲੋਕਾਂ ਨੇ ਬੜਾ ਇਤਰਾਜ਼ ਕੀਤਾ, ਪਰ ਇਹੋ ਜਿਹੇ ਗਲਤ ਕੰਮ ਕਰਨ ਦੇ ਉੱਤੇ ਕਿ ਜਥੇਦਾਰ ਨੂੰ ਇਹ ਨਹੀਂ ਸੀ ਦੀਦਾ ਕਿ ਸਿੱਖਾਂ ਦਾ ਨੁਕਸਾਨ ਬਹੁਤ ਹੋ ਰਿਹਾ। ਅਗਰ ਜੇ ਵਾਕਿਆ ਹੀ ਉਹਨਾਂ ਲਈ ਸੁਹਿਰਦ ਹੁੰਦਾ ਜਾਂ ਅਕਾਲੀ ਦਲ ਲਈ ਸੁਹਿਰਦ ਹੁੰਦਾ ਤੇ ਜਥੇਦਾਰ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਰੋਕਣ ਨੂੰ। ਹੁਣ ਸ਼ਿਵ ਸੈਨਾ ਦੇ ਨਾਲ ਸਮਝੌਤਾ ਕੀਤਾ ਬਿਲਕੁਲ ਚੋਣਾਂ ਤੋਂ ਪਹਿਲਾਂ। ਹਾਂਜੀ, ਮੈਂ ਉੱਤੇ ਵੀ ਆਉਣਾ ਜੀ। ਬਰਗਾੜੀ ਦੇ ਵਿੱਚ ਮੋਰਚਾ ਲੱਗਾ ਆ। ਜਦੋਂ ਇਹਨਾਂ ਨੂੰ ਪਹੁੰਚ ਕੀਤੀ ਗਈ, ਜਥੇਦਾਰ ਨੇ ਕਹਿ ਦਿੱਤਾ ਜੀ ਇਹ ਕੋਈ ਐਰੋ ਆ, ਕੋਈ ਗਲਤੀ ਹੋਈ ਸੀ ਗਿਣਤੀ 'ਚ। ਇਹ ਕਹਿ ਦੇਣਾ ਸੌਖਾ, ਇਹਨੂੰ ਪ੍ਰੂਵ ਕਰਨਾ ਔਖਾ। ਇਹਨੂੰ ਪ੍ਰੂਵ ਕਰਨ ਜੀ। ਜਿਨ ਵੀ ਕੀਤਾ, ਇੱਕ ਗੁਰੂ ਗ੍ਰੰਥ ਸਾਹਿਬ ਦਾ ਜੇ 2 ਦਾ ਹੋਵੇ 328 ਦੀ ਗੱਲ ਆ। ਕੀ ਗੱਲ ਅਕਾਲ ਤਖ਼ਤ ਦੇ ਜਥੇਦਾਰ ਦਾ ਫਰਜ਼ ਨਹੀਂ ਬਣਦਾ? ਇਹਨਾਂ ਨੇ ਕਤਾਈ ਨਹੀਂ ਕੀਤੀ ਆਪਦੇ ਫਰਜ਼ ਦੀ। ਉਹ ਵੀ ਬਾਦਲ ਰਾਜ ਦੇ ਜਿਹੜੀ ਗੱਲ ਬਾਦਲ ਰਾਜ 'ਚ ਉਹੋ ਹੀ ਬਾਦਲਾਂ ਨੂੰ ਬਚਾਉਣ ਲਈ ਕਰਦੇ ਰਹੇ ਸਭ ਕੁਛ। ਉਹੋ ਹੀ ਬੀਬੀ ਜਗੀਰ ਕੌਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਉਹਦੇ ਘਰ ਦੇ ਵਾਰ ਸਿੰਘਾਂ ਨੇ ਲਾਇਆ ਮੋਰਚਾ। ਹੁਣ ਫਿਰ ਬਰਗਾੜੀ 'ਚ ਮੋਰਚਾ ਲੱਗਾ ਜਾ ਜੀ। ਕੀ ਕੱਲ ਅਕਾਲ ਤਖ਼ਤ ਦੇ ਜਥੇਦਾਰ ਨੂੰ ਉੱਥੇ ਜਾ ਕੇ ਸਿੱਖਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਕਿ ਵੀ ਅਸੀਂ ਜਿਹੜਾ ਉਹ ਮੋਰਚੇ ਦੇ ਵਿੱਚ ਬੈਠੇ ਆ ਜੀ, ਉਹਨਾਂ ਨਾਲ ਜਾ ਕੇ ਗੱਲ ਕਰੇ, ਸੁਣੇ ਵੀ ਤੁਸੀਂ ਪਤਾ ਹੈਗਾ ਕਿਉਂ ਬੈਠੇ, ਪਰ ਉਹਨਾਂ ਨਾਲ ਗੱਲ ਸੁਣੇ ਔਰ ਉਹਨਾਂ ਦਾ ਸਾਥ ਦੇਵੇ। ਜਿਹੜਾ ਵੀ ਚੋਰ ਨਿਕਲੇ, ਜਿਹਦੀ ਵੀ ਗਲਤੀ ਨਿਕਲੇ, ਔਰ ਉਹਦੇ ਵਿਰੋਧ ਦੇ ਵਿੱਚ ਆਵਾਜ਼ ਉਠਾਉਣੀ ਜਥੇਦਾਰ ਦਾ ਫਰਜ਼ ਨਹੀਂ ਬਣਦਾ। ਇਸ ਕਰਕੇ ਜੇ ਅਕਾਲ ਤਖ਼ਤ ਸਾਹਿਬ, ਆਪਾਂ ਨੂੰ ਸਾਰਿਆਂ ਨੂੰ ਪਤਾ, ਆਪਾਂ ਸਾਰੇ ਸਿਰ ਝੁਕਾਉਂਦੇ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਅਕਾਲ ਤਖ਼ਤ ਸਾਹਿਬ ਨੂੰ ਸਿਰ ਝੁਕਾਉਂਦਾ। ਉਸ ਪਦਵੀ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਨੀ ਜਾਂ ਬਾਕੀ ਸਿੱਖਾਂ ਦੀ ਨਹੀਂ ਕਰਨੀ। ਕਿ ਜਦੋਂ 6 ਜੂਨ ਦੇ ਵਿੱਚ ਆ ਔਰ ਉੱਥੇ ਗੱਲ ਇਹ ਕਰਦੇ ਹੈਗੇ ਆ ਜਥੇਦਾਰ ਹੁਣੀ ਵੀ ਸਾਨੂੰ ਦਰਦ ਆ। ਜੇ ਦਰਦ ਆ ਤਾਂ ਉੱਥੇ ਜਿਹੜੇ ਕਹਿੰਦੇ ਨਾ ਇਕੱਠੇ ਹੋ ਜਾਓ ਸਾਰੀਆਂ ਤਰ੍ਹਾਂ, ਤੇ ਜੇ ਉੱਥੇ ਬਾਕੀ ਦੇ ਆਉਂਦੇ ਆ, ਕਹਿ ਲਓ ਅਕਾਲੀ ਮਾਈਂਡਡ ਕਹਿ ਲਓ, ਅਕਾਲੀ ਦਲ ਅੰਮ੍ਰਿਤਸਰ ਕਹਿ ਲਓ, ਮਾਨ ਹੋਣੀ, ਦਲ ਖਾਲਸਾ ਵਾਲੇ ਜਾਂ ਹੋਰ ਜਿਹੜੇ ਆ ਨੌਜਵਾਨ ਜਥੇਬੰਦੀਆਂ ਜਾਂਦੇ ਆ, ਉੱਥੇ ਤਾਂ ਟਾਸਕ ਫੋਰਸ ਵਾਲੇ ਉਹਨਾਂ ਦੇ ਡਾਂਗਾਂ ਕੱਢਦੇ ਆ, ਕਿਰਪਾਨਾਂ ਕੱਢਦੇ ਆ। ਤੇ ਬਾਦਲ ਕਿਆ ਨਹੀਂ ਪੂਰੀ ਦੇ ਕੇ ਨੈਸ਼ਨਲ ਮੀਡੀਆ ਨੂੰ ਮਸਾਲਾ ਦਿੱਤਾ ਜਾਂਦਾ ਕਿ ਅੱਜ ਫਿਰ ਸਿੱਖ ਲੜ ਪਏ ਆ ਉਸ ਦਿਨ ਦੇ ਉੱਤੇ, ਸੇਮ ਡੇ ਜਦੋਂ ਘੱਲੂਘਾਰਾ ਹੋਇਆ ਸੀ। ਫਿਰ ਕੀ ਗੱਲ, ਇਹ ਜਥੇਦਾਰ ਹੋਣਾ ਦੀ ਕਾਬਲੀਅਤ ਹੈ ਕਿ ਵੀ ਇਹ ਕਰਨ? ਕਿਉਂ ਨਹੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ? ਜੇਕਰ ਉਹਨਾਂ ਦਾ ਇਹੀ ਹੈ ਵੀ ਜੇ ਮਾਨ ਹੋਣੀ ਆਪਣੇ ਘਰ ਦੀ ਆਜ਼ਾਦੀ ਦੀ ਗੱਲ ਕਰਦੇ ਆ, ਔਰ ਜੇ ਉਹ ਆਜ਼ਾਦੀ ਦੀ ਗੱਲ ਕਰਦੇ ਆ, ਆਪਣੇ ਖਾਲਿਸਤਾਨ ਦੀ ਗੱਲ ਕਰਦੇ ਆ, ਤੇ ਜਦੋਂ ਜਥੇਦਾਰ ਨੂੰ ਪੁੱਛਿਆ ਗਿਆ ਸੀ ਕਿਸੇ ਮੀਡੀਆ ਵਾਲੇ ਨੇ ਕਿ ਵੀ ਤੁਸੀਂ ਖਾਲਿਸਤਾਨ ਦੀ ਕੀ ਗੱਲ, ਕਹਿੰਦੇ ਜੀ ਮਿਲ ਜੂ ਤਾਂ ਲੈ ਲਾਂਗੇ, ਖੈਨਾ ਕੀ ਭਾਲੇ 4 ਅੱਖਾਂ। ਤੇ ਕੀ ਗੱਲ ਜੇ ਬਾਕੀ ਦੀ ਗੱਲ ਕਰਦੇ ਕਿ ਸਿੱਖਾਂ ਦਾ ਇੱਕ ਰਾਜ ਭਾਗ ਜਿਹੜਾ ਉਹ ਸਸਪੈਂਡ ਕੀਤਾ ਗਿਆ, ਖੁੱਸਿਆ, ਔਰ ਉਹਨੂੰ ਵਾਪਸ ਲੈਣਾ ਜਿਹੜਾ ਸਿੱਖਾਂ ਦਾ ਆਪਣਾ ਫਰਜ਼ ਆ। ਇੱਥੇ ਹੁਣ ਸਵਾਲ ਇੱਕ ਹੋਰ ਆ ਜਾਂਦਾ ਵੀ ਕੀ ਜਥੇਦਾਰ ਸਾਹਿਬ ਜਿਹੜਾ ਬਾਦਲ ਪਰਿਵਾਰ ਹੈਗਾ ਸਿਰਫ ਉਹਨੂੰ ਅਕਾਲੀ ਦਲ ਮੰਨਦੇ ਆ, ਜਦ ਕਿ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਤੇ ਜਾਂ ਹੋਰ ਵੀ ਅਕਾਲੀ ਦਲ ਨੇ। ਜੇ ਆਪਾਂ ਹੁਣ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਗੱਲ ਕਰੀਏ ਤਾਂ ਇਹ ਲੰਬੇ ਟਾਈਮ ਤੋਂ ਚੱਲਦਾ ਆ ਰਿਹਾ ਅਕਾਲੀ ਦਲ ਮਾਨ ਜਿਹੜਾ ਕਹਿ ਲਈਏ ਜਾਂ ਅੰਮ੍ਰਿਤਸਰ ਕਹਿ ਲਈਏ, ਹੈ ਨਾ। ਸੋ ਉਹ ਸਿਰਫ ਇੱਕ ਪਰਿਵਾਰ ਨੂੰ ਸ਼ਾਇਦ ਮੰਨੀ ਜਾਂਦੇ, ਉਹਨਾਂ ਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਬਾਕੀ ਨੇ ਇਹ ਕਿਉਂ ਮਤਲਬ ਕਿ ਅੱਡ ਹੋਏ, ਇਹਨਾਂ ਵੱਲੋਂ ਅਕਾਲੀ ਦਲ ਅੱਡ ਕਿਉਂ ਕੀਤੇ ਗਏ ਨੇ। ਇੱਕ ਪਰਿਵਾਰ ਹੈ, ਜੇਕਰ ਤੁਸੀਂ ਉਹ ਪਰਿਵਾਰ ਨੂੰ ਲਾਂਭੇ ਕਰਕੇ ਤੇ ਸੁਹਿਰਦ ਸਿੱਖਾਂ ਦਾ ਅਕਾਲੀ ਦਲ ਜਿਹੜਾ ਦੁਬਾਰਾ ਸੁਰਜੀਤ ਕਰ ਲਓ। ਸਿਮਰਨਜੀਤ ਮਾਨ ਹੋਰਾਂ ਦੀ ਗੱਲ ਕਰਨ ਤੋਂ ਪਹਿਲਾਂ ਦੱਸਾਂ, ਤੁਸੀਂ ਗੱਲ ਕੀਤੀ ਸ਼ਿਵ ਸੈਨਾ ਦੀ, ਜਿਹੜੇ ਕਿ ਵਿਰੋਧੀ 'ਚ ਚੱਲਦੇ ਆ, ਜਿਹੜੇ ਸੰਤਾਂ ਦੀ ਭਿੰਡਰਾਂ ਵਾਲਿਆਂ ਦੀ ਤਸਵੀਰਾਂ ਲੂੰਦੇ, ਜਿਹੜੇ ਕਹਿੰਦੇ ਇੱਥੇ ਲਾਵਾਂਗੇ ਕਰਕੇ, ਉਹਨਾਂ ਨੂੰ ਇਹਨਾਂ ਨੇ ਸੱਦਿਆ। ਜਿਹੜੇ ਉਹ ਸੂਰੀ ਵਰਗੇ ਸਿੱਖਾਂ ਨੂੰ ਗਾਲਾਂ ਕੱਢਦੇ ਆ, ਔਰ ਜਿਹੜੇ ਬੰਦੇ ਨੇ ਜਾ ਕੇ ਜਥੇਦਾਰ ਜੋ ਸਰਬੱਤ ਖਾਲਸਾ ਵੱਲੋਂ ਬਣਾ ਗਿਆ ਹਵਾਰਾ ਸਾਹਿਬ, ਉਹਨਾਂ ਦੇ ਚਪੇੜ ਮਾਰਨ ਨੂੰ ਜਾਂਦੇ ਆ ਕਰਕੇ, ਫਿਰ ਉੱਥੋਂ ਤੋਂ ਰਾਜਵਾਨੇ ਦਾ ਜਲਾਦ ਬਣਨ ਨੂੰ ਵੀ ਇਹੀ ਕਹਿੰਦੇ ਨੇ। ਬਿਲਕੁਲ। ਤੇ ਇਹ ਉਧਰੋਂ ਕਹਿੰਦੇ ਆ ਕਿ ਅਸੀਂ ਉਹਨਾਂ ਦੀ ਫਾਂਸੀ ਮਾਫ ਕਰਾਈ ਆ। ਮੈਂ ਇੱਕ ਗੱਲ ਹੋਰ ਕਹਿੰਦਾ ਜਾਵਾਂ, ਮੈਂ ਇੱਕ ਨਾਂ ਨਹੀਂ ਵਰਤਾਂਗਾ ਜੀ।
ਔਰ ਵੈਲ ਨੋਨ ਹੈ ਪਰਸਨ ਆਪਣੇ ਇੱਥੇ ਸਾਊਥ ਹਾਲ ਰਹਿੰਦੇ ਆ। ਅੱਛਾ ਜੀ। ਤੇ ਸਰਦਾਰ ਸਾਹਿਬ ਮੈਂ ਜਾਣਦਾ, ਵੈਲ ਮਿੱਤਰ ਆ ਮੇਰੇ। ਠੀਕ ਹੈ। ਜਦੋਂ ਪਹਿਲੀ ਦਫਾ ਜਥੇਦਾਰ ਆਏ ਨਾ ਤੇ ਉਹਨਾਂ ਨੇ ਫੋਨ ਤੇ ਮੈਨੂੰ ਫੋਨ ਲਾਇਆ, ਮੇਰੇ ਕਾਫੀ ਕਾਲਾਂ ਮੈਸੇਜ ਆਏ ਜੀ ਜੀ, ਤੇ ਉਹਨਾਂ ਦਾ ਸੀ ਵੀ ਜਥੇਦਾਰਾਂ ਨੂੰ ਵੱਧ ਤੋਂ ਵੱਧ ਬੰਦੇ ਮਿਲਣ। ਮੈਂ ਨਹੀਂ ਜਾ ਰਿਹਾ ਸੀ ਕੁਝ ਕਾਰਨਾਂ ਕਰਕੇ। ਉਹਨਾਂ ਮੈਨੂੰ ਫੋਨ ਲਾਇਆ ਤਾਂ ਉਹਨਾਂ ਨੇ ਫੋਨ ਉਸੇ ਵੇਲੇ ਫਤਿਹ ਬੁਲਾ ਕੇ ਕਿਹਾ ਗੱਲ ਕਰਿਓ। ਅੱਛਾ। ਤੇ ਉਹਨਾਂ ਨੇ ਆਪਦਾ ਫੋਨ ਜਥੇਦਾਰ ਹੋਣਾ ਦੇ ਕੰਨ ਨੂੰ ਲਾ ਦਿੱਤਾ ਗੱਡੀ 'ਚ। ਅੱਛਾ ਜੀ। ਮੈਨੇ ਇਹਨਾਂ ਨੂੰ ਫਤਿਹ ਬੁਲਾਈ ਔਰ ਮੈਨੂੰ ਕਹਿੰਦੇ ਜੀ ਨਾ ਸਰਦਾਰ ਸਾਹਿਬ ਹੁਣਾਂ ਤੁਹਾਡੇ ਬਾਰੇ ਦੱਸਿਆ ਔਰ ਮੈਂ ਉਹਨਾਂ ਨੂੰ ਕਲੀਅਰ ਕੱਟ ਕੀਤਾ ਕਿ ਮੈਂ ਸਿਮਰਜੀਤ ਮਾਨ ਹੋਣਾ ਜਥੇਬੰਦੀ ਤਾਂ ਇੱਥੇ ਮੈਂ ਸੇਵਾਦਾਰ ਹਾਂ ਜੀ ਜੀ। ਕਹਿੰਦੇ ਵਧੀਆ ਗੱਲ ਆ, ਹੋਰ ਗੱਲ ਨੂੰ ਛੱਡੋ। ਮੈਂ ਉਹਨਾਂ ਨੂੰ ਇੱਕੋ ਹੀ ਲਫ਼ਜ਼ ਕਹੇ ਸੀ, ਮੈਂ ਕਿਹਾ ਜਥੇਦਾਰ ਜੀ ਤੁਸੀਂ ਜੋ ਕਹਿੰਦੇ ਨਾ, ਤੁਸੀਂ ਐਗਜ਼ੈਕਟਲੀ ਸਿੱਖ ਇਹ ਚਾਹੁੰਦੇ ਕਿ ਵੀ ਜਥੇਦਾਰ ਜਿਨ ਮਰਜੀ ਬਣਾਇਆ ਅਸੀਂ ਮੰਨੀਏ ਨਾ ਮੰਨੀਏ ਪਰ ਅਕਾਲ ਤਖਤ ਦੀ ਸੀਟ ਤੇ ਤਾਂ ਬੈਠਾ ਨਾ ਜੀ, ਔਰ ਉਹ ਸੀਟ ਦੇ ਵਿੱਚ ਇਹਨਾਂ ਕਹਿ ਕਰਕੇ ਵੀ ਤੁਸੀਂ ਜਦੋਂ ਬਾਕੀ ਦੇ ਲੋਕ ਉੱਥੇ ਆਉਂਦੇ ਤੁਹਾਡੀ ਟਾਸਕ ਫੋਰਸ ਡਾਂਗਾਂ ਕੱਢਦੀ ਆ, ਮਾਰਦੀ ਆ, ਕੁੱਟਮਾਰ ਕਰਦੀ ਹੈਗੀ ਆ ਔਰ ਉਹ ਤੁਸੀਂ ਗੱਲ ਕਰਨ ਆਉਂਦੇ ਤੁਹਾਨੂੰ ਉਹ ਅੰਦਰ ਨਹੀਂ ਜਾਣ ਦਿੰਦੇ। ਸਿਮਰਨਜੀਤ ਪਿੱਛੇ ਜੇ ਪਤਾ ਨਹੀਂ ਕਿਹੜੇ ਪ੍ਰੋਗਰਾਮ ਤੇ ਮੇਰਾ ਆਹ ਹੀ ਸੀਗਾ ਦੂਸਰੇ ਦਾ ਬੇਅਦਬੀਆਂ ਦੇ ਸਰਕਲ 'ਚ ਉਹਨਾਂ ਦਾ ਲੜਕਾ ਉੱਥੇ ਗਿਆ ਸੀਗਾ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ। ਮੈਂ ਇਹਨਾਂ ਨੂੰ ਕਿਹਾ ਮੈਨੂੰ ਇਹਨਾਂ ਦੇ ਲਫ਼ਜ਼ ਸੀ ਜੀ ਸਾਰਿਆਂ ਦੇ ਆ, ਅਸੀਂ ਸਾਰਿਆਂ ਨੂੰ ਲੈ ਕੇ ਤੁਰਨਾ। ਪਹਿਲਾ ਕੰਮ ਮੇਰਾ ਇੱਥੋਂ ਵਾਪਸ ਜਾਂਦੇ ਦਾ ਹੋਊਗਾ, ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨਾ ਟਾਈਮ ਬਣਾ ਕੇ ਪਹਿਲਾਂ ਮੈਂ ਉਹਨਾਂ ਨੂੰ ਖੁਦ ਮਿਲਣ ਜਾਵਾਂਗਾ। ਅੱਛਾ। ਮੈਨੂੰ ਬਹੁਤ ਵਧੀਆ ਲੱਗਾ। ਹਾਲਾਂਕਿ ਜੇਕਰ ਇਹ ਕਹਿੰਦੇ ਕਿ ਵੀ ਅਸੀਂ ਉਹਨਾਂ ਨੂੰ ਸੱਦਾਂਗੇ, ਸੱਦ ਲੈਂਦੇ, ਉਹਨਾਂ ਨਾਲ ਲੈਣਾ ਸੀ ਬਿਲਕੁਲ। ਇਹ ਕਹਿੰਦੇ ਜਾਵਾਂਗੇ, ਮੇਰੇ ਮਨ 'ਚ ਆਈ ਕਿ ਵੀ ਚਲੋ ਜਿਹੜੇ ਇਹ ਇੱਕ ਬਖਰੇਵਾ ਜਿਹਾ ਹੋਇਆ ਇਹਨੂੰ ਇਕੱਠੇ ਕਰਕੇ ਕਿਸੇ ਗੱਲ ਦੇ ਵਿੱਚ ਆ ਜਾਈਏ। ਪਰ ਮੁੜ ਕੇ ਗਏ ਨਹੀਂ। ਮੈਂ ਫੋਨ ਕਰ ਥੱਕ ਗਿਆ, ਟੈਕਸਟ ਕਰ ਥੱਕ ਗਿਆ, ਨੈਵਰ ਰਿਸਪੌਂਡ। ਮਤਲਬ ਕਿ ਵਿਦੇਸ਼ਾਂ ਦੇ ਵਿੱਚ ਆ ਕੇ ਕੁਛ ਹੋਰ ਬੋਲੀ, ਉੱਥੇ ਕੁਛ ਹੋਰ, ਉੱਥੇ ਪ੍ਰਭਾਵ ਹੋਰ ਕਬੂਲ ਲੈਂਦੇ। ਹੁਣ ਇਹ ਜਿਹੜੇ ਕਹਿੰਦੇ ਨਾ ਵੀ ਇਕੱਠੇ ਹੋਵੋ ਸਾਰੀਆਂ ਤਰ੍ਹਾਂ, ਤੇ ਜਿਹੜੇ ਇੱਕ ਲਫ਼ਜ਼ ਦੇ ਵਿੱਚ ਕਹਿ ਰਹੇ ਨਾ ਕਿ ਮੈਂ ਦਿੱਲੀ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ। ਕੀ ਕਹਿਣਾ ਚਾਹੁੰਦੇ ਬਈ? ਦਿੱਲੀ ਵਾਲਿਆਂ ਨੇ ਤਾਂ ਪੰਜਾਬੀ ਪਾਰਟੀ 1994 ਦੇ ਵਿੱਚ ਇਹਨਾਂ ਨੇ ਬਣਾ ਦਿੱਤੀ ਸੀਗੀ ਮੋਗੇ ਔਰ ਦਿੱਲੀ ਵਾਲਿਆਂ ਉਹਨਾਂ ਦੇ ਨਾਲ ਇਹ ਅਨਕੰਡੀਸ਼ਨਲੀ ਦਿੱਲੀ ਦੇ ਵਿੱਚ ਰਲ ਗਏ ਸੀਗੇ। ਪਰ ਉੱਥੋਂ ਜਦੋਂ ਇਹਨਾਂ ਨੇ ਆਹ ਕਿਸਾਨ ਮੋਰਚੇ ਜਿਹੜੇ ਕਿਸਾਨ ਦੇ ਬਿੱਲ ਸੀ ਉਹਨਾਂ ਤੇ ਸਾਈਨ ਕੀਤੇ, ਜਦੋਂ ਬਾਹਰ ਰੌਲਾ ਪਿਆ ਇਹਨਾਂ ਦੇ ਵਿਰੋਧ ਧਰਨੇ ਲੱਗਣ ਲੱਗੇ ਤੇ ਇਹ ਆ ਗਿਆ ਜੀ ਇਹ ਕੁਰਬਾਨੀ ਕਰਤੀ। ਕੀ ਕੁਰਬਾਨੀ ਕਰਤੀ ਬਈ ਤੁਸੀਂ? ਕਿਹੜੀ ਤੁਸੀਂ ਕੌਮ ਦੀ ਆਜ਼ਾਦੀ ਦੀ ਜਾਂ ਸਿੱਖਾਂ ਦੀ ਕੁਰਬਾਨੀ ਲਈ ਕਰਕੇ ਤੁਸੀਂ ਸਿਰ ਦੇ ਦਿੱਤਾ, ਕੁਰਬਾਨੀ ਕਰਤੀ, ਅਸਤੀਫਾ ਦੇ ਦਿੱਤੇ। ਹੁਣ ਤੁਸੀਂ ਤਾਂ ਆਪਣੀ ਮੁੜ ਕੇ ਕਰ ਲਈ ਕੀਤੀ, ਹੁਣ ਮੁੜ ਕੇ ਫਿਰ ਦੱਸਣਾ ਚਾਹੁੰਦੇ ਆ ਕਿ ਬਈ ਅਸੀਂ ਸ਼੍ਰੋਮਣੀ ਕਮੇਟੀ ਜਿਹੜੀ ਆ ਨਾ ਉਹਦੀਆਂ ਇਲੈਕਸ਼ਨਾਂ ਨਾ ਕਿਤੇ ਕਰਾ ਦੇਣ। ਜੇ ਕਰਾ ਦਿੱਤੀਆਂ ਤੇ ਬਾਦਲਾਂ ਦਾ ਉੱਥੋਂ ਵੀ ਕਬਜ਼ਾ ਜਾਂਦਾ ਲੱਗਣਾ। ਜੇ ਉਹਨਾਂ ਦਾ ਕਬਜ਼ਾ ਜਾਂਦਾ ਤਾਂ ਫਿਰ ਜਿਹੜੇ ਆਉਣਗੇ ਫਿਰ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਪੁੱਛਣਗੇ ਵੀ ਜਥੇਦਾਰ ਜੀ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਸਿੱਖਾਂ ਨੂੰ ਕੀ ਦਿੱਤਾ ਤੇ ਕੀ ਗਵਾਇਆ। ਕਿੰਨਾ ਤੁਸੀਂ ਇੱਕ ਹੰਕਾਰ ਕਰਕੇ ਈਗੋ ਕਰ ਰਹੇ ਵੀ ਹੰਕਾਰ ਤੇ ਇਹ ਕਰ ਰਹੇ ਦੂਜਿਆਂ ਨੂੰ ਮਿਲਣਾ ਨਹੀਂਗਾ। ਦੂਜੇ ਪਾਸੇ ਦੇ ਵਿੱਚ ਇਹਨਾਂ ਨੇ ਜੇ ਕਰਦਿਆਂ ਤੇ ਵੀ ਅਸੀਂ ਇਕੱਠੇ ਕਰਾਂਗੇ। ਜਿਹੜਾ ਮਈ 94 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਵੇਲੇ ਦੇ ਜਿਹੜੇ ਐਕਟਿੰਗ ਜਥੇਦਾਰ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਔਰ ਉਹਨਾਂ ਨੇ ਜਿਹੜਾ ਇੱਕ ਆਪਣਾ ਅੰਮ੍ਰਿਤਸਰ ਐਲਾਨਨਾਮਾ ਸੀ ਉਹ ਪੇਸ਼ ਕੀਤਾ। ਉਹਨਾਂ ਦੇ ਬਣਾਉਣ ਕਰਨ ਦੇ ਵਿੱਚ ਕਈ ਕੁਝ ਕਰਦਿਆਂ ਦੇ ਵਿੱਚ ਮੇਰੀ ਵੀ ਇਨਵੋਲਵਮੈਂਟ ਰਹੀ। ਜਥੇਦਾਰ ਹੁਣ ਇੱਥੇ ਆਉਂਦੇ ਹੁੰਦੇ ਸੀ, ਮੈਨੂੰ ਵੀ ਮਿਲਦੇ ਸੀ, ਮੇਰੇ ਕੋਲ ਠਹਿਰਦੇ ਵੀ ਸੀ। ਤੇ ਜਿਹੜਾ ਆਪਣਾ DS ਗਿੱਲ ਉਹਨਾਂ ਦੇ ਨਾਂ ਨਾਲ ਮਸ਼ਹੂਰ ਸੀ, ਲੁਧਿਆਣੇ ਤੋਂ ਵਕੀਲ ਸੀ, ਉਹ ਵੀ ਇਨਵੋਲਵ ਸੀਗੇ। ਤੇ ਚਲੋ ਪਿੱਛੇ ਕਈ ਸੀਗੇ। ਮੈਂ ਤਾਂ ਦੱਸਦਾ ਕਿ ਗਵਾਹੀ ਤੌਰ ਤੇ ਵੀ ਇਹ ਬੰਦੇ ਸੀ। ਔਰ ਉੱਥੇ ਜਦੋਂ ਸਾਰਿਆਂ ਨੂੰ ਸੱਦਿਆ ਗਿਆ ਇਕੱਠੇ ਕਰਤੇ, ਬਾਦਲ ਦਲ ਨਹੀਂ ਆਇਆ। ਜਦ ਬਾਦਲ ਦਲ ਨਹੀਂ ਆਇਆ ਤਾਂ ਬਾਦਲ ਨੇ ਮੁੜ ਕੇ ਮੋਗੇ ਪਾਰਟੀ ਕਰਕੇ ਪੰਜਾਬੀ ਪਾਰਟੀ ਬਣਾ ਦਿੱਤੀ ਤੇ ਬਾਕੀ ਦੇ ਅਕਾਲ ਤਖਤ ਸਾਹਿਬ ਤੇ ਕਸਮਾਂ ਖਾ ਕੇ ਟੋੜਾ ਵੀ ਵਿੱਚੇ ਸੀ, ਬਾਲਾ ਵੀ ਸੀਗਾ ਵਿੱਚ ਕੈਪਟਨ, ਤੇ ਬਰਨਾਲੇ ਹੁਣੀ ਵੀ ਸੀ, ਤੇ ਆਪਣਾ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ, ਤੇ ਸਰਜੀਤ ਸਿੰਘ ਬਰਨਾਲਾ ਸੀ। ਇਹ ਸਾਰੇ ਭੱਜ ਗਏ ਤੇ ਖੜੇ ਤਾਂ ਰਹਿ ਗਏ ਸਿਮਰਜੀਤ ਸਿੰਘ ਮਾਨ। ਜੇ ਅਕਾਲ ਤਖਤ ਸਾਹਿਬ ਤੋਂ ਹੀ ਕੋਈ ਚੀਜ਼ ਬਣਾਈ ਆ, ਸੈਟ ਅਪ ਕੀਤੀ ਅਕਾਲੀ ਦਲ ਅੰਮ੍ਰਿਤਸਰ, ਤੇ ਅਕਾਲੀ ਦਲ ਅੰਮ੍ਰਿਤਸਰ ਹਜੇ ਖੜਾ, ਉਹਦੀ ਇਹਨਾਂ ਨੂੰ ਫਿਕਰ ਨਹੀਂ। ਇਹਨਾਂ ਨੂੰ ਬਾਦਲ ਦਲ ਦੀ ਅਕਾਲੀ ਦਲ ਦੀ ਫਿਕਰ ਆ। ਪਰ ਅੱਜ ਉਹ ਹੈਗਾ, ਉਹਨੂੰ ਕਿਉਂ ਨਹੀਂ ਸਿੱਖਾਂ ਨੂੰ ਕਹਿੰਦੇ ਵੀ ਸਾਰੇ ਸਿੱਖ
ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੰਨਦੇ, ਆਓ ਇਕੱਠੇ ਹੋਵੋ ਇਸ ਅਕਾਲੀ ਦਲ 'ਚ। ਮੈਂ ਨਹੀਂ ਕਹਿ ਰਿਹਾ ਵੀ ਕੌਣ ਪ੍ਰਧਾਨ ਬਣੇ ਕੌਣ ਨਾ ਬਣੇ, ਉਹ ਡਿਫਰੈਂਟ, ਉਹ ਵੱਖਰੀ ਚੀਜ਼ ਆ। ਪਰ ਉਹ ਅਕਾਲੀ ਦਲ ਜਿਹੜਾ ਅਕਾਲ ਤਖਤ ਸਭ ਤੋਂ ਬਣਿਆ ਸੀ, ਉਹਨੂੰ ਕਿਉਂ ਨਹੀਂ ਇਕੱਠੇ ਕਰਦੇ? ਜੇ ਹੁਣ ਤੁਸੀਂ ਗੱਲ ਕੀਤੀ ਹੈ ਕਿ ਇਹ 1994 ਦੇ ਵਿੱਚ ਅਕਾਲੀ ਦਲ ਪੰਥਕ ਪਾਰਟੀ ਸੀ, ਇਹਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ, ਪਰ ਇਹ ਗੱਲ ਅੱਜ ਜਥੇਦਾਰ ਸਾਹਿਬ ਤਾਂ ਨਹੀਂ ਕਬੂਲ ਰਹੇ। ਉਹ ਕਹਿੰਦੇ ਇਹ ਪੰਥਕ ਪਾਰਟੀ ਹੈ ਸਾਡੀ, ਉਹ ਤਾਂ ਪੰਜਾਬੀ ਪਾਰਟੀ ਬਣ ਚੁੱਕੀ ਹੈ, ਕਿਉਂ ਨਹੀਂ ਕਬੂਲ ਰਹੇ? ਮੈਂ ਕਹਾਂ ਜੀ ਜਿੱਦਣ ਤਾਂ ਹੁਣ ਉਹ ਹਾਰ ਗਏ, ਹੁਣ ਆ ਸੋਸ਼ਲ ਮੀਡੀਆ ਤੁਸੀਂ ਵੀ ਦੇਖਿਆ ਹੁਣ, ਪਾਣੀਆਂ ਦੀ ਗੱਲ ਸ਼ੁਰੂ ਕਰ ਦਿੱਤੀ ਸੁਖਬੀਰ ਨੇ, ਉਹਦੀ ਕਰ ਦਿੱਤੀ, ਸਭ ਕੁਝ ਕਰਨਗੇ। ਜਿੱਦਣ ਸੱਤਾ ਚ ਆ ਗਏ ਇਹਦਾ ਫੇਰ ਨਹੀਂ ਪੰਜਾਬੀ ਪਾਰਟੀ ਆ। ਇਹ ਡਬਲ ਫੇਸ ਆ। ਤੇ ਦੂਸਰੇ ਪਾਸੇ ਸਾਰੀ ਚੀਜ਼ ਦੇ ਵਿੱਚ ਜਿਹੜੇ ਡਬਲ ਫੇਸਾਂ 'ਚ ਇਹ ਕਰਦੇ ਆ, ਕੀ ਇਹਨਾਂ ਨੂੰ ਇਹ ਬਣਦਾ ਨਹੀਂ ਕਿ ਵੀ ਇਹਨਾਂ ਲੋਕਾਂ ਨੇ ਜਾ ਕੇ ਇਹਨਾਂ ਨੇ ਮਰ ਮਤਰੇ ਪਿੱਛੇ ਲੱਗੇ, ਡੇਰਾਬਾਦ ਨੂੰ ਇਹਨਾਂ ਨੇ ਭਰਾਇਆ, ਇਹ ਹਵਨ ਕਰਦੇ ਰਹੇ। ਕਿਸੇ ਤਾਂ ਧਾਰਮਿਕ ਸਥਾਨ ਤੇ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਉਹਨੂੰ ਤੁਸੀਂ ਟਿੱਕੇ ਲਵਾਉਣੇ, ਹਵਨ ਕਰਨੇ, ਜਾਂ ਤੁਸੀਂ ਲਿੰਗ ਪੂਜਾ ਕਰਨੀਆਂ, ਇਹ ਭੈੜੀਆਂ ਚੀਜ਼ਾਂ। ਪਰ ਫਿਰ ਇਹ ਕਰੇ ਸਿੱਖ ਬਦਤਮੀਜ਼ ਹੋ ਗਏ। ਇਹਦੇ ਤੋਂ ਪਹਿਲਾਂ ਸਿੱਖ ਬਦਤਮੀਜ਼ ਵਾਲੀ ਇਹ ਸੈਕਿੰਡ ਟੌਪਿਕ ਆ ਜਾਂਦਾ। ਇਹ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਵੀ ਚਾਹੇ ਹੋਵੇ ਜਥੇਦਾਰ ਹੋਵੇ ਅਕਾਲ ਤਖਤ ਦਾ, ਜਾਂ ਫਿਰ ਉਸ ਤੋਂ ਬਾਅਦ ਹੋਵੇ ਸੰਤ ਸਮਾਜ, ਜਿਹਨੂੰ ਕਿਹਾ ਜਾਂਦਾ, ਇਹਨਾਂ ਨੇ ਬਣਾਇਆ ਹੋਇਆ ਸੰਤ ਸਮਾਜ। ਸੋ ਇਹ ਸਾਰੇ ਹੀ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਭੁਗਤਦੇ ਨੇ ਚੋਣਾਂ ਵੇਲੇ। ਜਾਂ ਪਹਿਲਾਂ ਦੀ ਗੱਲ ਕਰ ਲਈਏ, ਪਹਿਲਾਂ ਵੀ ਇੱਕ ਕਾਨਫਰੰਸ ਕੀਤੀ ਹੈ ਨਾ ਚੋਣਾਂ ਤੋਂ ਪਹਿਲਾਂ, ਇੱਥੇ ਮੰਜੀ ਸਾਹਿਬ ਦਲਜੀਤ ਸਿੰਘ ਜੀ ਬਿਲਕੁਲ ਕੀਤੀ ਆ। ਪਰ ਇਹ ਸੋਚ ਲੈਣ ਵੀ ਅਕਾਲ ਤਖਤ ਦਾ ਜਥੇਦਾਰ ਹੋ ਕੇ ਉਹਨਾਂ ਲਈ ਕੰਪੇਨ ਕਰ ਰਿਹਾ ਬਾਦਲਾਂ ਲਈ, ਇੱਕ ਸੰਤ ਸਮਾਜ ਦਾ ਮੁਖੀ ਹੋ ਕੇ ਕੰਪੇਨ ਕਰ ਰਿਹਾ, ਦੂਸਰੇ ਪਾਸੇ ਉਸ ਜਥੇਬੰਦੀ ਦਾ ਮੁਖੀ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਬਾਬਾ ਧੁੰਮਾ ਜੀ, ਜਿੱਥੋਂ ਆਪਣੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ 14ਵੇਂ ਜਥੇਦਾਰ ਜਿਹੜੇ ਸੀ, ਉਹਨਾਂ ਨੇ ਕੌਮ ਨੂੰ ਜਗਾਇਆ, ਉਹਨਾਂ ਨੇ ਉਸ ਗਾਂ ਰਾਹ ਦਿੱਤਾ। ਤੇ ਉਹਨਾਂ ਦੇ ਇੱਕ ਬਚਨ ਸੀ ਕਿ ਵੀ ਜੇ ਸਾਡੇ ਇੱਥੇ ਆਰਮੀ ਜਾਂ ਪੁਲਿਸ ਵਾਲੇ ਹਰਮੰਦਰ ਸਾਹਿਬ ਆ ਬੜੇ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊ। ਅੱਜ ਉਹ ਕੀ ਕਰ ਰਿਹਾ ਬਾਬਾ ਧੁੰਮਾ, ਉਸ ਜਥੇਬੰਦੀ ਦਾ ਮੁਖੀ ਜਿਹਨੂੰ ਕਹਾਉਂਦਾ ਆ, ਵੱਡੇ ਬਾਦਲ ਦੇ ਚਰਨਾਂ 'ਚ ਬੈਠੇ ਆ ਉਹ ਫੋਟੋਆਂ। ਪਰ ਇੱਕ ਹੋਰ ਕਨੈਕਸ਼ਨ ਮੈਂ ਨਾਲੋਂ ਨਾਲ ਤੁਸੀਂ ਉਹਦੇ ਉੱਤੇ ਵੀ ਗੱਲ ਕਰੋ, ਮੈਂ ਚਾਹੁੰਦਾ ਆ। ਇੱਕ ਪਾਸੇ ਕਹਿੰਦੇ ਆ ਵੀ ਸਾਡਾ ਬੀਜੇਪੀ ਨਾਲ ਤੋੜ ਵਿਛੋੜਾ ਹੋ ਗਿਆ, ਠੀਕ ਹੈ ਜੀ, ਪਹਿਲਾ ਪੁਆਇੰਟ ਇਹ ਹੋ ਗਿਆ। ਸੰਤ ਸਮਾਜ ਜਿਹੜਾ ਹੈਗਾ ਉਹ ਅਕਾਲੀ ਦਲ ਬਾਦਲ ਦੀ ਵੀ ਸਪੋਰਟ ਕਰਦਾ, ਦੂਸਰੇ ਪਾਸੇ ਜਾ ਕੇ ਮੋਦੀ ਸਾਹਿਬ ਨੂੰ ਵੀ ਮਿਲਦਾ। ਸੋ ਕਿਤੇ ਨਾ ਕਿਤੇ ਕਨੈਕਸ਼ਨ ਜਿਹੜਾ ਘੁੰਡੀਆਂ ਕਿਤੇ ਘੁੰਮ ਫਿਰ ਕੇ ਉੱਥੇ ਆ ਜਾਂਦੀਆਂ। ਦੂਸਰੇ ਪਾਸੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੁੰਦੀ ਹੈ ਜਥੇਦਾਰ ਸਾਹਿਬ ਦੀ, ਸੋ ਉੱਥੇ ਵੀ ਉਹ ਬੰਦ ਕਮਰਾ ਮੀਟਿੰਗ ਕਰਦੇ, ਉਹਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਕਿ ਅੰਦਰ ਗੱਲਾਂ ਬਾਤਾਂ ਕੀ ਹੋਈਆਂ ਨੇ। ਹਾਂ, ਮੈਂ ਉਹ ਇਹ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਬਾਬਾ ਧੁੰਮਾ ਦੀ ਇਹਨਾਂ ਦੀਆਂ ਅਪੀਲਾਂ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੀਆਂ ਅਪੀਲਾਂ ਬਈ ਬਾਦਲਾਂ ਨੂੰ ਜਿਤਾਉਣਾ, ਹੁਣ ਆਪਣੇ ਆਪ ਹੀ ਸੋਚ ਲੈਣ ਵੀ ਇਹਨਾਂ ਦੀ ਲੋਕਾਂ ਨੇ ਕਿੰਨੀ ਕੁ ਸੁਣੀ ਆ। ਤੇ ਜੇ ਆਪਾਂ ਸੱਚੀ ਜਾਣੀਏ ਨਾ, ਬੰਦਾ ਇਨਸਾਨੀ ਨਾਤੇ ਕੋਈ ਵੀ ਕਿਤੇ ਵੀ ਗੱਲ ਕਿਤੇ ਹੁੰਦਾ ਨਾ, ਤੇ ਉਹ ਕਹਿੰਦਾ ਵੀ ਸਾਡੀ ਸੁਣੀ ਨਹੀਂ, ਅਸੀਂ ਤਾਂ ਬਥੇਰੇ ਕੀਰਨੇ ਪਏ, ਬਥੇਰੇ ਤੜਲੇ ਕੀਤੇ, ਲੋਕਾਂ ਨੂੰ ਸੁਣੀਏ। ਇਸ ਕਰਕੇ ਲੋਕ ਸਾਨੂੰ ਨਹੀਂ ਮੰਨਦੇ ਤੇ ਦੋਹਾਂ ਨੂੰ ਰਿਜ਼ਾਈਨ ਕਰਕੇ ਫਤਿਹ ਕੇ ਜਾ ਕੇ ਲਾਂਭੇ ਹੋ ਜਾਣਾ ਚਾਹੀਦਾ ਆ। ਪਰ ਇਹਨਾਂ ਨੇ ਨਹੀਂ ਹੋਣਾ ਕਿਉਂਕਿ ਲਾਲਚ ਬੱਧੀ 'ਚ ਬੈਠੇ ਆ। ਦੂਸਰੀ ਗੱਲ ਆ, ਜਦੋਂ ਉਹ ਦਿੱਲੀ ਵਾਲਾ ਸਿਰਸਾ ਸੀ ਜੀ, ਔਰ ਉਹਦੇ ਵਿੱਚ ਕਰ ਰਿਹਾ ਕਿ ਬੀਜੇਪੀ ਨੂੰ ਵੀ ਉਹ ਕਿਸੇ ਪ੍ਰੈਸ਼ਰ 'ਚ ਆ ਕੇ ਚਲੇ ਗਿਆ, ਉਹ ਜਿੱਦਾਂ ਪੁਰਾਣੇ ਮੁਗਲ ਵੀ ਸੀ, ਅੰਗਰੇਜ਼ ਵੀ ਦਬਾ ਕੇ ਕਰਾਉਂਦੇ ਜਾਂ ਇੱਦਾਂ ਕਰਦਾ ਨਹੀਂ, ਇਹ ਕਰ ਦੇਂਗੇ, ਉਹ ਚਲੇ ਗਿਆ। ਇੱਕ ਪਾਸੇ ਤਾਂ ਉਹਨੂੰ ਇਹੀ ਬਾਦਲਾਂ ਦੇ ਕਹਿ ਰਿਹਾ ਉਹਨੂੰ ਬਹੁਤ ਗਲਤ ਕੀਤਾ, ਬੀਜੇਪੀ 'ਚ ਜਾ ਵੜਿਆ। ਦੂਜੇ ਪਾਸੇ ਅਮਿਤ ਸ਼ਾਹ ਨੂੰ ਜਾਂ ਦੂਜਿਆਂ ਨੂੰ ਸੱਦ ਕੇ ਇਹ ਉੱਥੇ ਸੱਦ ਕੇ ਸਰੋਪੇ ਦੇ ਰਹੇ ਜਾ, ਕਿਉਂ ਦੇ ਰਹੇ ਆ? ਕਿਸੇ ਨੂੰ ਗੁਰੂ ਘਰ ਆਉਂਦਾ, ਮੱਥਾ ਟੇਕਦਾ, ਲੰਗਰ ਛਕਦਾ ਦਰ ਛੁੱਕ ਕੇ, ਕੀ ਉਹਨਾਂ ਨੂੰ ਸਰੋਪੇ ਇਸ ਕਰਕੇ ਦੇ ਰਹੇ ਕਿ ਵੀ ਪੰਜਾਬ ਦੇ ਬਾਕੀ ਇੰਡੀਆ ਦੇ ਜਿਹੜੇ ਫਾਰਮਰ ਸੀ ਉਹਨਾਂ ਨੂੰ ਬਹੁਤ ਭੈੜਾ ਕੀਤਾ। 750 ਜਿਹੜੇ ਸੀ ਜਾਨਾਂ ਚਲੇ ਗਈਆਂ ਜੀ। ਔਰ ਯੂਪੀ ਦੇ ਵਿੱਚ ਉਹ ਕਿਹੜੇ ਪੁਰ ਦੇ ਵਿੱਚ ਉੱਥੇ ਜਿੱਥੇ ਲਖੀਮਪੁਰ ਦੇ ਵਿੱਚ ਉਹ ਉੱਥੇ ਮਾਰ ਦਿੱਤੇ ਗਏ, ਬੀਜੇਪੀ ਦਾ ਲੀਡਰ ਸੀ, ਉਹਨੂੰ ਵੀ ਰਿਹਾ ਜ਼ਮਾਨਤ ਦੇ ਦਿੱਤੀ ਗਈ। ਕੀ ਉਹਨਾਂ ਨੂੰ ਸਰੋਪੇ ਇਸ ਕਰਕੇ ਤੁਸੀਂ ਚੰਗਾ ਦਿੱਤਾ? ਕੀ ਇਹ ਕਿਰਦਾਰ, ਮੈਂ ਮਾਫੀ ਚਾਹੁੰਦਾ ਅਕਾਲ ਤਖਤ ਲਈ ਨਹੀਂ, ਜਾਨ ਹਾਜ਼ਰ ਆ, ਪਰ ਜਿਹੜਾ ਉਸ ਕੁਰਸੀ ਤੇ ਬੈਠ ਕੇ ਕਰਦਾ, ਕੀ ਉਹਦਾ ਇਹ ਕਿਰਦਾਰ ਜਿਹੜਾ ਸਹੀ ਆ? ਕੀ ਉਹਨਾਂ ਨੂੰ ਪਤਾ ਆ ਕਿ ਵੀ ਇਹ ਜਿਹੜੀ ਕੁਰਸੀ ਤੇ ਬੈਠੇ ਇਹ ਕਿਹੋ ਜਿਹੀ ਕੁਰਸੀ ਆ, ਇੱਥੋਂ ਕੀ ਕਰਨਾ ਆ? ਅੱਜ ਚਾਹੇ ਵਿਦੇਸ਼ੀ ਸਿੱਖ ਹੋਵੇ, ਜੇ ਆਪਾਂ ਕਹੀਏ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਹੋਇਆ, ਮੰਨ ਲਈਏ ਆਪਾਂ,
ਉਹ ਵੀ ਕਹਿੰਦੇ ਆ ਵੀ ਬਾਦਲ ਪਰਿਵਾਰ ਨੇ ਸਾਡਾ ਘਾਣ ਕਰ ਦਿੱਤਾ। ਇਹ ਸ਼ਬਦ ਵਰਤੇ ਜਾਂਦੇ, ਲੋਕ ਕਹਿੰਦੇ ਨੇ, ਅਸੀਂ ਨਹੀਂ ਕਹਿੰਦੇ ਇਹ, ਵੀ ਬਾਦਲ ਪਰਿਵਾਰ ਨੇ ਬੇਅਦਬੀਆਂ ਕਰਾਈਆਂ, ਬਾਦਲ ਪਰਿਵਾਰ ਨੇ ਕਈ ਸਿੰਘ ਸ਼ਹੀਦ ਕਰਵਾ ਦਿੱਤੇ, ਸਮੇਂ ਦਰ ਸਮੇਂ ਇੱਕ ਇੱਕ ਸ਼ਹੀਦੀਆਂ ਹੁੰਦੀਆਂ ਗਈਆਂ। ਬਰਗਾੜੀ ਦੀ ਤਾਜ਼ਾ ਗੱਲ ਕਰ ਲਈਏ, ਸੋ ਆਪਾਂ ਕੁੱਲ ਮਿਲਾ ਕੇ ਜਦੋਂ ਬਾਦਲਾਂ ਨੂੰ ਇਹ ਕਹਿ ਦਿੰਦੇ ਆ ਵੀ ਇਹ ਦਰਕਿਨਾਰ ਕਰ ਦਿੰਦੇ ਆ, ਉੱਥੇ ਦੂਜੇ ਪਾਸੇ ਆਪਾਂ ਇੱਕ ਜਥੇਦਾਰ ਸਾਹਿਬ ਜਾਂ ਸੰਤ ਸਮਾਜ ਦੀ ਗੱਲ ਕਰ ਲਈਏ, ਇੱਕ ਪਾਸੇ ਨੇ, ਦੁਨੀਆ ਭਰ ਦੇ ਵਿੱਚ ਵਸਦਾ ਹੋਇਆ ਸਿੱਖ ਇੱਕ ਪਾਸੇ ਹੈ। ਪਰ ਫਿਰ ਵੀ ਅੱਜ ਕਿਹੜੀ ਉਹ ਪਾਵਰ ਹੈ ਜਿਹੜੀ ਸੀਕ੍ਰੇਟ ਤੌਰ ਦੇ ਉੱਤੇ ਅੱਜ ਬਾਦਲਾਂ ਦੀ ਈਣ ਮੰਨਣ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਹੈ ਉਹ ਕਰਦੀ ਹੈ, ਮਜਬੂਰ ਕਰਦੀ ਹੈ, ਮਤਲਬ ਜਾਂ ਸੰਤ ਸਮਾਜ ਨੂੰ ਜਾਂ ਅਕਾਲ ਤਖਤ ਨੂੰ, ਕਿਹੜੀ ਪਾਵਰ ਹੈ ਪਿੱਛੇ? ਕਿਉਂਕਿ ਨਾ ਤਾਂ ਹੁਣ ਬਾਦਲ ਸੱਤਾ 'ਚ ਰਹੇ ਆ, 4 ਸੀਟਾਂ ਨੇ ਉਹਨਾਂ ਦੇ ਕੋਲ, MP ਵੀ ਨਹੀਂ ਰਹੀ ਉਹਨਾਂ ਦੀ ਨੂੰਹ ਜੇ ਕਹਿ ਲਈਏ ਹੁਣ। ਸੋ ਕਿਹੜੀ ਪਾਵਰ ਹੈ ਪਿੱਛੇ ਜਿਹੜੀ ਮਜਬੂਰ ਕਰਦੀ ਹੈ ਕਿ ਉਹਨਾਂ ਦੀ ਈਨ ਕਬੂਲਣੀ ਹੈ? ਪਹਿਲੀ ਤਾਂ ਗੱਲ ਹੈ ਜਿਹੜੀ ਉਹਨਾਂ ਦੀ ਨੋ MP ਹੈ ਨਾ, ਉਹ ਹੈਗੀ ਆ। ਹਾਂ, ਉਹਨੇ BJP ਤੋਂ ਜਿਹੜਾ ਠੀਕ ਹੈ ਬਿਲਕੁਲ, ਉਹਨੇ BJP ਤੋਂ ਰਿਜ਼ਾਈਨ ਕੀਤਾ ਕਿ ਨਹੀਂ ਕੀਤਾ, ਵੱਖਰੀ ਗੱਲ ਹੈ, ਕਿਉਂਕਿ ਉਹ ਇੱਕ ਇਲੈਕਟਡ ਆ। ਹਾਂਜੀ ਜਾਂ ਤੋਂ ਉਹਨੂੰ ਕੋਈ ਕੱਢਦਾ ਨਹੀਂ ਕਿਸੇ ਕਰਕੇ, ਜਾਂ ਉਹ ਰਿਜ਼ਾਈਨ ਨਹੀਂ ਕਰਦੀ, ਉਹ ਨੈਕਸਟ ਇਲੈਕਸ਼ਨ ਤਾਈਂ MP ਹੈਗੀ ਆ। ਚਲੋ MP ਹੁੰਦੇ ਹੋਏ ਵੀ ਇੰਨੀ ਪਾਵਰ ਹੈ ਨਹੀਂ, ਕੁਝ ਵੀ ਪਹਿਲਾਂ ਵੀ ਹੈ ਨਹੀਂ ਸੀ। ਪਰ ਗੱਲ ਜਿਹੜੀ ਇਹ ਹੈਗੀ, ਇੱਕ ਪਾਵਰ ਇਹ ਇੱਕ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਕਿ ਵੀ ਜਿਹੜੇ ਵੀ ਪਾਰਟੀ ਨੇ ਜਾਂ ਬੰਦੇ ਨੇ ਪੰਜਾਬ ਦੀ CM ਦੀ ਕੁਰਸੀ ਤੇ ਬਹਿਣਾ ਨਾ, ਉਹਨੇ ਦਿੱਲੀ ਨੂੰ ਸਜਦੇ ਕਰਨਾ। ਜੇ ਨਹੀਂ ਕੀਤਾ ਉਹ ਕੰਮ ਨਹੀਂ ਹੋਣਾ। ਆ ਤੁਸੀਂ ਹੋਣ ਵਾਲੀ ਵੀ ਲਾ ਲਓ ਕੀ ਹੋ ਰਿਹਾ ਜੀ। ਪਰ ਆਪਾਂ ਉੱਤੇ ਅਜੇ ਚਾਹੇ ਉਹ ਬਾਦਲ ਕੇ ਸੀ ਤੇ ਚਾਹੇ ਇਹ ਕੈਪਟਨ ਕੇ ਸੀ, ਕਾਂਗਰਸ ਕੇ ਸੀ, ਇਹ ਸਜਦੇ ਕਰਦੇ ਰਹੇ, ਆਪਸ ਵਿੱਚ ਰਲ ਕੇ ਫਰੈਂਡਲੀ ਮੈਚ ਖੇਡਦੇ ਰਹੇ। ਉਹ ਸਭ ਕੁਝ ਹੁਣ ਸਾਹਮਣੇ ਆ ਗਿਆ। ਔਰ ਇਹ ਤੁਸੀਂ ਦੇਖ ਲਓ, ਜਿਹੜੇ ਲੋਕ ਪੰਥਕ ਹੋਣ ਵਾਲੇ, ਸਭ ਕੁਝ ਕਰਨ ਵਾਲੇ, ਕੁਰਬਾਨੀਆਂ ਵਾਲੇ ਅਸੀਂ, ਕਿਹੜੀ ਇਹਨਾਂ ਦੇ ਪਰਿਵਾਰ ਦੀ ਕੁਰਬਾਨੀ ਆ। ਔਰ ਦੇਖ ਲਓ ਵਿੱਚੇ ਕੈਪਟਨ ਤੇ ਵਿੱਚੇ ਦੋਏ ਬਾਦਲ, ਔਰ ਲੋਕਾਂ ਨੇ ਮੂੰਹ ਨਹੀਂ ਲਾਏ। ਪਰ ਇਹ ਜਿਹਨੂੰ ਕੋਈ ਸਪੋਰਟ ਕਰ ਰਿਹਾ, ਏਡੇ ਵੱਡੇ ਜਾਣੀ ਕਿ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਹੁੰਦਾ ਹੋਇਆ, ਸੰਤ ਸਮਾਜ ਦਾ ਮੁਖੀ ਹੁੰਦਾ ਹੋਇਆ, ਦੋਹਾਂ ਦੇ ਕਰਕੇ ਲੋਕਾਂ ਨੇ ਉਹ ਨਕਾਰ ਦਿੱਤੇ ਦੋਏ ਬਾਦਲ। ਤੇ ਇਹਨਾਂ ਨੂੰ ਇੱਕ ਜੇ ਬਿਲਕੁਲ ਆਮ, ਇਹਨਾਂ ਦੇ ਵਿੱਚ ਥੋੜੀ ਵਾਲੀ ਵੀ ਹੈ, ਮੈਂ ਉਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ। ਤੇ ਇਹਨਾਂ ਸਵਾਲ ਹੈ ਕਿਹੜੀ ਤਾਕਤ ਕਿਹੜੀ ਹੈ? ਤਾਕਤ ਦਿੱਲੀ ਤਾਕਤ ਹੈ। ਪਰ ਇਹਨਾਂ ਦੋਹਾਂ ਹੀ ਹਸਤੀਆਂ ਨੂੰ ਉਹ ਰਿਜ਼ਾਈਨ ਕਰ ਦੇਣੇ ਚਾਹੀਦੇ, ਹੋਰ ਕੋਈ ਆ ਜਾਣ ਮੋਰੇ, ਔਰ ਉਹ ਦੇਖਣ ਕਿ ਵੀ ਅਸੀਂ ਗਾਂ ਕੌਮ ਨੂੰ ਕਿੱਦਾਂ ਸਾਂਭਣਾ। ਅਟਵਾਲ ਸਾਹਿਬ, ਫਿਰ ਜੇ ਇਹਨਾਂ ਨੂੰ ਕਹਿੰਦੇ ਆਪਾਂ ਵੀ ਇਹ ਉਹ ਚੁਣਦੇ ਨੇ, ਫਿਰ ਅਗਲੇ ਜਿਹੜੇ ਆਉਣਗੇ ਉਹ ਹੋਰ ਆਟੋਮੈਟਿਕ ਕਿਵੇਂ ਆ ਜਾਣਗੇ, ਆਪਣੇ ਤੌਰ ਤੇ ਕਿਵੇਂ ਆ ਜਾਣਗੇ? ਦੇਖੋ, ਗੱਲ ਬਹੁਤ ਵੱਡਾ ਕੁਐਸਚਨ ਆ ਤੁਹਾਡਾ। ਇਹ ਅਕਾਲ ਤਖਤ ਦਾ ਜੇ ਆਪਾਂ ਸੋਚੀਏ ਨਾ, ਅਕਾਲ ਤਖਤ ਦਾ ਜਥੇਦਾਰ ਸਰਬੱਤ ਖਾਲਸਾ ਨੇ ਚੁਣਿਆ। ਜੀ। ਇਹ ਨਹੀਂ ਮੰਨਦੇ, ਬਦਲ ਕੇ ਨਹੀਂ ਮੰਨਦੇ, ਉਹ ਵੱਖਰੀ ਗੱਲ ਆ। ਤਕਰੀਬਨ ਉਸ ਵੇਲੇ 7 ਲੱਖ ਦੇ ਇਕੱਠ ਨੇ ਚੁਣਿਆ ਉਹ ਜਥੇਦਾਰ ਆ। ਦੂਸਰੀ ਗੱਲ ਆ ਕਿ ਵੀ ਜਿਹੜੇ ਸੰਤ ਸਮਾਜ ਆ, ਉਹਨਾਂ ਨੂੰ ਵੀ ਚਾਹੀਦਾ, ਜਿੰਨੇ ਵੀ ਉਹਦੇ ਵਿੱਚ ਹੈਗੇ ਆ, ਵੀ ਕੋਈ ਇਹੋ ਜਿਹਾ ਬੰਦਾ, ਕੋਈ ਹਸਤੀ ਚੁਣਨ ਜਿਹੜਾ ਕਿਸੇ ਪੋਲੀਟੀਸ਼ੀਅਨਾਂ ਦੇ ਗੋਡਿਆਂ 'ਚ ਨਾ ਬੈਠੇ, ਬਕਾਊ ਨਾ ਹੋਵੇ। ਜਿਹੜਾ ਇੱਕ ਆਪਾਂ ਇਹ ਲਾ ਲਓ ਕਿ ਵੀ ਜਿੱਦਾਂ ਇੱਕ ਜੇ ਸੁਹਿਰਦ ਹੁੰਦਾ ਨਾ, ਬਾਕਿਆਈ, ਯਾਨੀ ਹਰਪ੍ਰੀਤ ਸਿੰਘ ਜੇ ਬਾਦਲਾਂ ਨੇ ਸੁਹਿਰਦ ਹੁੰਦਾ ਤਾਂ ਉਹਨਾਂ ਦੀਆਂ ਹੁੰਦੀਆਂ ਜਾਂ ਕੀਤੀਆਂ ਗਲਤੀਆਂ ਤੋਂ ਉਹਨਾਂ ਨੂੰ ਅੰਦਰ ਬੈਠ ਕੇ ਦੱਸਦਾ ਵੀ ਆਹ ਤੁਹਾਨੂੰ ਡੈਮੇਜ ਕਰ ਰਹੀਆਂ, ਇਹਨਾਂ ਨੂੰ ਸੁਧਾਰੋ। ਉਹਨਾਂ ਨੂੰ ਅਕਾਲ ਤਖਤ ਤੇ ਸੱਦ ਕੇ, ਜਿੱਦਾਂ ਪਿੱਛੇ ਜੇ ਇਲੈਕਸ਼ਨ 'ਚੋਂ ਆ ਕੇ ਉਹ 2 ਜਣੇ ਉਹ ਬੂਟ ਸਾਫ਼ ਕਰਨ ਗਏ ਸੀ, ਤੇ ਇੱਕ ਉਹ ਜਿਹੜਾ ਸਪੋਰਟ ਅਟੈਕ ਵਾਲੇ ਉਦੋਂ ਬੜਾ ਮਖੌਲ ਜਿਹਾ ਹੋਇਆ ਸੀ ਕਿ ਸਪੋਰਟ ਬੂਟ ਨੂੰ ਹੀ ਜਿਹੜੇ ਉਹ ਕਰਦੇ ਰਹੇ ਪਾਲਿਸ਼। ਹੁਣ ਤੁਸੀਂ ਦੱਸੋ, ਅਕਾਲੀ ਦਲ ਦਾ ਪ੍ਰਧਾਨ ਹੋਵੇ ਜਿਹਨੂੰ ਪੰਥਕ ਕਹਿ ਰਹੇ ਜਾ, ਔਰ ਹੋਲੀ ਖੇਡਦਾ, ਨਾ ਸਿਰ ਤੇ ਦੁਪੱਟਾ, ਨਾ ਹੋਰ ਰੰਗ ਲਾਇਆ ਜਾ, ਕਿ ਵੀ ਹੋਲਾ ਮਹੱਲਾ ਆ, ਹੋਲੀ ਨਹੀਂ। ਸਾਡੇ ਅਕਾਲੀ ਦਲ ਦਾ ਜਿਹੜਾ ਜਥੇਦਾਰ ਆ, ਜਾਂ ਕਹਿ ਲਓ ਵੀ ਅਕਾਲੀ ਦਲ ਦਾ ਪ੍ਰਧਾਨ ਆ, ਉਹ ਜਾ ਕੇ ਮੱਥਿਆਂ ਤੇ ਟਿੱਕੇ ਲਵਾਉਂਦਾ, ਆਸ਼ੀਰਵਾਦ ਲੈਂਦਾ, ਕਿ ਅਕਾਲ ਤਖਤ ਦੇ ਜਥੇਦਾਰ ਨੂੰ ਦੀਦਾ ਨਹੀਂ। ਅਗਰ ਜੇ ਅਕਾਲ ਤਖਤ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਅਗਰ ਉਹਨਾਂ ਨੂੰ ਰੋਕਦਾ, ਤਾਂ ਹੋ ਸਕਦਾ ਇੰਨੀ ਉਹਨਾਂ ਦੀ ਮਾੜੀ ਹਾਲਤ ਨਾ ਹੁੰਦੀ। ਸਹੀ ਸਲਾਹ ਵੀ ਨਹੀਂ ਦਿੱਤੀ ਗਈ, ਜੇ ਆਪਾਂ ਮੈਂ ਕਿਹਾ ਸਲਾਹ ਨਹੀਂ ਦਿੱਤੀ। ਉਹ ਜਿੱਦਾਂ ਕਹਿੰਦੇ ਹੁੰਦੇ ਆ ਕਿ ਵੀ ਇਹ ਜਿਵੇਂ ਉਹ ਕਹਿੰਦੇ ਰਹੇ, ਪਿੱਛੇ ਸਿਰ ਹਿਲਾਉਂਦੇ ਰਹੇ। ਮੈਂ ਆਪਣੇ ਕਹਿੰਦੇ ਹੁੰਦੇ ਅਸਲੀ ਮਿੱਤਰ ਉਹ ਹੁੰਦਾ, ਬਾਹਰ ਰੌਲੀ ਪਾਉਣ ਨੂੰ ਆਪਣੇ ਮਿੱਤਰ ਨੂੰ ਵਧੀਆ ਸਲਾਹ ਦੇਵੇ ਵੀ ਤੂੰ ਇੱਥੇ ਗਲਤ ਹੈ, ਉਹਨੂੰ ਸੁਧਾਰ ਲੈ। ਤੇ ਜਿਹੜਾ ਹੁੰਦਾ ਵੀ ਚੱਲ ਮੈਨੂੰ ਕੀ ਚਮਚਾਗਿਰੀ 'ਚ ਕਹਿਣਾ, ਦੱਬੀ ਚੱਲ, ਬਹੁਤ ਸੂਤ ਕਰਦਾ, ਜਦੋਂ ਧੌਣ ਪੱਡ ਪੈਂਦਾ ਫਿਰ ਦੇਖਦਾ ਵੀ ਹੁਣ ਕੀ ਕਰਨਾ। ਅਟਵਾਲ ਸਾਹਿਬ, ਜੇ ਹੁਣ ਆਪਾਂ ਫਿਰ ਇੰਨੀਆਂ ਤੁਸੀਂ ਗੱਲਾਂ ਦੱਸ ਦਿੱਤੀਆਂ ਵੀ ਕਿਹੜੀ ਪਾਵਰ ਚਲਾ ਰਹੀ ਹੈ, ਕੀ ਹੋ ਰਿਹਾ,
ਫਿਰ ਆਪਾਂ ਕਿੱਥੋਂ ਸਮਝ ਲਵਾਂਗੇ ਵੀ ਸਾਡਾ ਅਕਾਲ ਤਖਤ ਜਿਹੜਾ ਹੈ ਆਜ਼ਾਦੀ ਨਾਲ ਸਿੱਖਾਂ ਦੀ ਗੱਲ ਕਰ ਸਕਦਾ? ਹੁਣ ਬਹੁਤ ਮਸਲੇ ਹੁੰਦੇ ਰਹਿੰਦੇ ਨੇ। ਜੇ ਹੁਣ ਆਪਾਂ ਪਿੱਛੇ ਕਿਸਾਨ ਮੋਰਚੇ ਦੀ ਗੱਲ ਕਰ ਲਈਏ ਤਾਂ ਇੰਨਾ ਜਥੇਦਾਰ ਸਾਹਿਬ ਵੱਲੋਂ ਕੋਈ ਵੱਡੇ ਬਿਆਨ ਨਹੀਂ ਆਏ ਹੈਗੇ ਵੀ ਆਪਣੇ ਪੰਜਾਬੀਆਂ ਦੇ ਹੱਕ ਦੇ ਵਿੱਚ, ਸਿੱਖਾਂ ਦੇ ਹੱਕ ਦੇ ਵਿੱਚ ਕੋਈ ਵੱਡੇ ਬਿਆਨ ਨਹੀਂ ਦਿੱਲੀ ਦੀ ਤਾਕਤ ਸੀਗੀ, ਜਿਹੜੇ ਮੋਰੇ ਕਿਉਂ ਬੋਲਦੇ, ਉਹਨਾਂ ਤੋਂ ਸਦਕੇ ਸਰੋਪੇ ਦੇ ਰਹੇ ਆ। ਤੇ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਦਾ ਉਦੋਂ ਵੀ ਕੋਈ ਏਡੀ ਵੱਡੀ ਭੂਮਿਕਾ ਨਹੀਂ ਸੀਗੀ। ਆਪਾਂ ਦੇਖ ਲਈਏ ਵੀ ਉਹਨਾਂ ਨੇ ਕਹਿ ਦਿੱਤਾ ਵੀ ਇਹ ਲੋਕ ਜਿਹੜੇ ਨੇ ਸਿੱਖ ਨਹੀਂ ਹੈ, ਜਿਹੜੇ ਇੱਥੋਂ ਤੱਕ ਵੀ ਕਿਹਾ ਗਿਆ ਸੀਗਾ ਵੀ ਜਿਹੜੇ ਬਰਗਾੜੀ 'ਚ ਬੈਠੇ ਹੋਏ ਨੇ। ਸੋ ਜੇ ਗੱਲ ਸਿੱਖਾਂ ਦੀ ਹੋਈ ਨਹੀਂ, ਕਰਨੀ ਹੋਈ ਨਹੀਂ, ਤੇ ਫਿਰ ਬਾਦਲ ਪਰਿਵਾਰ ਦਾ ਢੰਡੋਰਾ ਪਿੱਟਦੇ ਰਹਿਣਾ ਹਮੇਸ਼ਾ ਕਿ ਹਾਰ ਗਏ ਨੇ, ਹੁਣ ਭਿਅੰਕਰ ਹੋਊਗਾ ਦੁਨੀਆ ਵਾਸਤੇ, ਦੇਸ਼ ਵਾਸਤੇ, ਇਹ ਡਰਾਵਾ। ਅਕਾਲ ਤਖਤ ਦਾ ਜਿਹੜੇ ਜਥੇਦਾਰ ਨੇ ਉਹ ਵੀ ਇੱਕ ਗੱਲ ਕਰ ਦਿੱਤੀ ਵੀ ਹਾਊ ਭਰੇ। ਇੱਕ ਸੋਸ਼ਲ ਮੀਡੀਆ ਤੇ ਸੁਖਬੀਰ ਬਾਦਲ ਕਹਿ ਰਿਹਾ ਕਿ ਵੀ ਦੇਖੋ ਗੁਰੂ ਸਾਹਿਬਾਂ ਨੇ ਬਹੁਤ ਵਧੀਆ ਗੱਲ ਕੀਤੀ, ਜਿਹੜਾ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਮੀਆਂ ਮੀਰ ਤੋਂ ਰਖਾਇਆ, ਜੇ ਉਹ ਚਾਹੁੰਦੇ ਤਾਂ ਕਿਸੇ ਅੰਮ੍ਰਿਤਧਾਰੀ ਤੋਂ ਵੀ ਰਖਾ ਸਕਦੇ ਸੀ। ਬਿਲਕੁਲ ਵੀ ਉਸ ਵੇਲੇ ਤਾਂ ਅੰਮ੍ਰਿਤ ਦੀ ਗੱਲ ਹੀ ਨਹੀਂ ਸੀਗੀ ਅੰਮ੍ਰਿਤਧਾਰੀ ਦੀ। ਔਰ ਇਹੋ ਜਿਹਾ ਪੰਥਕ ਲੀਡਰ ਬਣਾਇਆ। ਔਰ ਦੂਸਰੇ ਪਾਸੇ ਇੱਕ ਥਾਂ ਤੇ ਉਹ ਕਹਿ ਰਿਹਾ ਆ ਕਿ ਅਸੀਂ ਤੇ ਕਹਿੰਦੇ ਵੀ ਸਾਨੂੰ ਇਹ ਕਰ ਲੈਣ ਦਿੱਤਾ ਜਾਵੇ ਕਰਕੇ, ਤਾਂ ਜਿਹੜੀ ਸਾਰੀ ਚੀਜ਼ ਫਾਰਮਰ ਦੀ ਪੰਜਾਬ ਚੋਂ ਉੱਠਦੀ ਆ, ਅਗਰ ਇਹਨਾਂ ਨੂੰ ਦਬ ਦਾਂਗੇ ਤਾਂ ਸਾਰੀ ਦੁਨੀਆ ਦੂਰ ਹੋ ਜੂਗੀ। ਤੇ ਬੀਬੀ ਜਗੀਰ ਕੌਰ ਕਹਿ ਰਹੀ ਹੈ ਇੱਕ ਥਾਂ ਦੇ ਉੱਤੇ, ਕਿਸੇ ਨੇ ਜਾਂ ਪੁੱਛਿਆ ਕਿ ਵੀ ਉਹ ਜਿਹੜੇ ਆਪਣੇ ਫਾਰਮਰ ਦੇ ਜਿਹੜੇ ਹੈਗੇ ਉਹ ਖੁਦਕੁਸ਼ੀਆਂ ਕਰ ਰਹੇ ਆ, ਹੱਸ ਕੇ ਕਹਿੰਦੇ ਲੱਖ ਰੁਪਈਆ ਮਿਲ ਗਿਆ ਉਹਨੂੰ। ਹੈ ਉਹ ਤਾਂ ਚਾਹੁੰਦੇ ਹੁਣ ਇੱਕ ਦੋ ਹੋਰ ਮਰ ਜਾਣ, ਸਾਨੂੰ ਹੋਰ ਮਿਲ ਜਾਏ, ਲੋਕਾਂ ਨੂੰ ਪੈਸੇ ਮਿਲ ਜਾਂਦੇ। ਆਹ ਲੀਡਰ ਆ। ਹੁਣ ਲੇਟੈਸਟ ਬਿਆਨ ਆਇਆ ਜੀ ਬੀਬੀ ਜਗੀਰ ਕੌਰ ਦਾ, ਉਹ ਕਹਿੰਦੀ ਵੀ ਮਾਨ ਦਲ ਦੇ ਉੱਤੇ ਵੀ ਉਹਨਾਂ ਨੇ ਤੰਜ ਕੱਸਿਆ, ਦੀਪ ਸਿੱਧੂ ਹੋਰਾਂ ਦੀ ਸ਼ਹੀਦੀ ਦੇ ਉੱਤੇ ਵੀ ਤੰਜ ਕੱਸਿਆ। ਫਿਰ ਮਾਫੀ ਕਿਉਂ ਮੰਗੀ? ਨਹੀਂ ਲੋਕ, ਹਾਂ ਨਹੀਂ ਮਾਫੀ ਕਿਉਂ ਮੰਗੀ? ਕਿੱਡੀ ਸ਼ਰਮ ਦੀ ਚੀਜ਼ ਆ। ਕੋਈ ਵੀ ਬੰਦਾ ਹੁੰਦਾ, ਉਹ ਤਾਂ ਲੀਡਰ ਆ, ਸ਼੍ਰੋਮਣੀ ਕਮੇਟੀ ਦੀ ਉਹ ਲੀਡਰ ਲੂਡਰ ਕੱਖ ਨੇ, ਆਪੂ ਬਣੀ ਕਹ ਲਓ, ਬਾਈ ਹੁੱਕ ਬਾਈ ਕਰੁੱਕ ਬਣੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦਾ ਹੀ। ਔਰ ਉਹਦੇ ਤੇ ਐਲੀਗੇਸ਼ਨ ਨਹੀਂ ਲੱਗਾ, ਉਸ ਕੋਰਟ ਦੇ ਵਿੱਚ ਪ੍ਰੂਵ ਹੋਇਆ ਕਿ ਇਹਨੇ ਆਪਦੀ ਧੀ ਦਾ ਕਤਲ ਕਰਵਾਇਆ, ਜਿਹੜੀ ਕਿ ਕਨਵਿਕਟਡ ਹੋਈ ਆ। ਔਰ ਜੇਲ੍ਹ ਕੱਟ ਕੇ ਆਈ, ਭਾਵੇਂ 2 ਘੰਟੇ ਜੇਲ੍ਹ ਕੱਟੀ ਜਾਂ ਮਹੀਨਾ ਕੱਟਾ, ਜਿੰਨੇ ਮਰਜੀ, ਉਹਨੂੰ ਮੁੜ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਫੇਰ ਬਣਾ ਦਿੱਤਾ। ਜਦਕਿ ਗੁਰਬਾਣੀ ਕਹਿੰਦੀ ਕੁੜੀ ਮਾਰ ਦੇ ਨਾਲ ਜਿਹੜਾ ਰਿਸ਼ਤਾ ਨਹੀਂ ਕੋਈ ਵੀ ਰੱਖਣਾ ਸਿੱਖ ਨੇ। ਬਿਲਕੁਲ। ਕੀ ਗੱਲ, ਉਦਣ ਜਥੇਦਾਰ ਕਾਰਜਕਾਰੀ ਜਥੇਦਾਰ ਨੇ ਅੱਖਾਂ ਮੀਟੀਆਂ, ਔਰ ਉਹ ਸਭ ਕਾਹੇ ਦਾ ਰਿਜ਼ਲਟ ਹੁਣ ਉਹਨਾਂ ਦੇ ਸਾਹਮਣੇ ਆ। ਇਹ ਸਾਰਿਆ ਟੱਬਰ ਜਿਹੜਾ ਨਾ, ਵਿੱਚੇ ਬਾਦਲ ਕੇ, ਵਿੱਚੇ ਬਾਬਾ ਧੁੰਮਾ ਹੁਣੀ, ਵਿੱਚ ਇਹ ਕਾਰਜਕਾਰੀ ਜਥੇਦਾਰ ਜਾਂ ਬਾਕੀ ਦੇ ਹੈਗੇ, ਹੁਣ ਬੈਠ ਕੇ ਮੱਥੇ ਤੇ ਹੱਥ ਮਾਰਦੇ ਕਿ ਸੋਚਦੇ ਵੀ ਲੋਕ ਬੇਵਕੂਫ ਆ। ਪਰ ਨਹੀਂ, ਹੁਣ ਜਿਹੜੀ ਚੀਜ਼ ਤੇ ਤੁਸੀਂ ਇਸ ਚੀਜ਼ ਲਿਆਉਣੇ ਨਾ ਕਿ ਜਗੀਰ ਕੌਰ ਨੇ ਦੀਪ ਸਿੱਧੂ ਬਾਰੇ ਕਿਹਾ, ਸਿਆਣੇ ਲੋਕ ਇਹ ਕਹਿੰਦੇ ਹੁੰਦੇ ਜਿੰਨਾ ਭਾਵੇਂ ਕਿਸੇ ਨਾਲ ਨਹੀਂ ਵੀ ਬਣਦੇ, ਅਗਰ ਜੇ ਕੋਈ ਘਰ ਦਾ ਜੀ ਚੱਲ ਜਾਂਦਾ ਨਾ, ਉਹਦੇ ਕੋਈ ਭੈੜਾ ਲਫ਼ਜ਼ ਨਹੀਂ ਬੋਲਦੇ। ਔਰ ਇਹ ਬੋਲੇ ਉਹ ਮਰ ਗਿਆ, ਉਹ ਤੂੰ ਸ਼ਹੀਦ ਕਹਤਾ ਬੋਟੇ ਜਾਣਗਾ। ਤੂੰ ਗੱਲ ਕਰ, ਤੂੰ ਗਾਂ ਦੇਖੀ ਕੀ ਬਣਦਾ। ਕਰਾ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ, ਫੇਰ ਦੇਖੀ ਤੁਹਾਡੇ ਬਾਦਲ ਦਲੀਏ ਕਿੰਨੇ ਆਉਂਦੇ ਆ। ਤੇਰੇ ਹਲਕੇ ਦੇ ਵਿੱਚੋਂ ਦੇਖੀ ਵੀ ਕੌਣ ਸ਼੍ਰੋਮਣੀ ਕਮੇਟੀ ਦਾ ਬਣਦਾ। ਜੇ ਬਣ ਜਾਏਗੀ ਤਾਂ ਫੇਰ ਕਹੀਂ ਤੂੰ। ਇਹੋ ਜਿਹੀ ਚੀਜ਼ ਆ ਕਿ ਜਥੇਦਾਰ ਨੂੰ ਇਹ ਨਹੀਂ ਦੀਦਾ। ਫੇਰ ਬੀਬੀ ਨੇ, ਜਦੋਂ ਬੀਬੀ ਨੂੰ ਪਤਾ ਲੱਗਾ ਤੇ ਵੀ ਹੁਣ ਤਾਂ ਪਤਾ ਨਹੀਂ ਮੇਰਾ ਤਾਂ ਘਰ ਬਣਨਾ ਵੀ ਹੋਣਾ, ਤੇ ਮੈਨੂੰ ਕਦੇ ਅੰਡਰਗਰਾਉਂਡ ਹੋਣਾ ਪਊਗਾ, ਵੀ ਲੋਕਾਂ ਨੇ ਤਾਂ ਉਦਾਂ ਹੀ ਕਹਿ ਕੇ ਸ਼ਰਮ ਦੇਣੀ ਹੈ ਵੀ ਕੋਈ ਸ਼ਰਮ ਕਰ। ਜੀ ਬਿਲਕੁਲ। ਤੇ ਉਸੇ ਚੀਜ਼ ਦੇ ਵਿੱਚ ਕਰਕੇ ਤੇ ਬੀਬੀ ਨੇ ਮਾਫੀ ਮੰਗੀ, ਹੁਣ ਬੜੀ ਨਿਮਰਤਾ ਦਿਖਾ ਦਿੱਤੀ। ਤੇ ਜੇ ਨਿਮਰਤਾ ਪਹਿਲਾਂ ਰੱਖ ਲੈਂਦੀ ਚੰਗਾ ਨਹੀਂ ਸੀ। ਅਖੀਰਲਾ ਜਿਹੜਾ ਸਵਾਲ ਹੈਗਾ ਮੇਰਾ, ਉਹਨਾਂ ਨੇ ਜਥੇਦਾਰ ਸਾਹਿਬ ਦਾ ਦੂਜੀ ਗੱਲ ਸੀ ਕਿ ਅੱਜ ਦਾ ਸਿੱਖ ਬਦਤਮੀਜ਼ ਹੋ ਚੁੱਕਿਆ, ਸੰਖੇਪ ਚ ਕੀ ਕਹੋਗੇ ਇਹਦੇ ਬਾਰੇ? ਬਹੁਤ ਭੈੜੀ ਗੱਲ ਕੀਤੀ। ਜੇਕਰ ਸਾਨੂੰ ਬਾਹਰ ਕੋਈ ਕਹਿੰਦਾ ਤੇ ਸਾਨੂੰ ਮਾੜਾ ਲੱਗਣਾ। ਆਪਾਂ ਨੂੰ ਇੱਥੇ ਚਲੋ ਹਜੇ ਘਾਟੇ ਦਾ ਹੋਵੇ, ਜਿਹੜੇ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਸਮਝਦੇ ਆ, ਭਲਕੇ ਕੋਈ ਸਾਡੇ ਨਾਲ ਗਲਤੀ ਕਰੂ ਜਾਂ ਪੁਲਿਸ ਵਾਲੇ ਕਰਨ, ਤੇ ਉਹਨਾਂ ਕਿਉਂ ਕਰਦੇ ਹੋ? ਤੁਹਾਡਾ ਤੇ ਜਥੇਦਾਰ ਕਹਿੰਦਾ ਤੁਸੀਂ ਬਦਤਮੀਜ਼ ਆ। ਇਸੇ ਕਰਕੇ ਤੁਹਾਨੂੰ ਡਾਂਗ ਵੀ ਫੇਰ ਰਹੇ ਆ ਤੇ ਤੁਹਾਨੂੰ ਨਾ ਮੋਰਚਾ ਲਾਣ ਦੇਣਾ ਨਾ ਜੇ ਧਰਨਾ ਨਾ ਤੁਹਾਡੀਆਂ ਗੱਲਾਂ ਮੰਨਣ। ਇੱਕ ਗੱਲ ਹੋਰ ਦੱਸਾਂ, 50 ਸਾਲ ਪਹਿਲਾਂ ਦੀ ਗੱਲ ਆ ਇਹ। ਜਦੋਂ ਇੱਥੇ ਫਾਊਂਡਰੀਆਂ 'ਚ ਕੰਮ ਕਰਦੇ ਹੁੰਦੇ ਸੀ, ਮੈਂ ਵੀ ਆ ਕੇ ਫਾਊਂਡਰੀ 'ਚ ਪਹਿਲਾਂ ਕੀਤਾ ਜੀ। ਉੱਥੇ ਆਪਣੇ ਜਿਹੜੇ ਸੀਗੇ ਕੋਈ ਜਿਹੜੇ ਇੰਗਲਿਸ਼ ਬੰਦੇ ਜਾਂ ਕਹਿ ਲਓ ਐਫਰੋ ਕਾਰਬੀਅਨ, ਜਿਹਨਾਂ ਸਿੱਧੇ ਆਪਾਂ ਕਾਲਿਆਂ ਦੇ ਕਹਿ ਦਿੰਦੇ ਜਾਂ ਜੀ ਬਿਲਕੁਲ, ਉਹ ਆਪਣੇ ਨੇ ਕਈ ਦਫਾ ਸ਼ੁਗਲ ਦੇ ਨਾਲ ਨਾ ਡੀਨਾ ਡੂਨਾ ਕਰਦਿਆਂ ਨੇ ਕਦੇ ਰੋਟੀ ਪਾਣੀ ਖਾਂਦੇ, ਉਹਨਾਂ ਨੂੰ ਗਾਲਾਂ ਸਿਖਾ ਦੇਣੀਆਂ। ਅੱਛਾ। ਮੈਂ ਹੁਣ ਇੱਥੇ ਨਹੀਂ ਕੈਮਰੇ ਸੇ ਔਰ ਉਹਨਾਂ ਨੇ ਵੀ ਕਹਿ ਦੇਣਾ ਆਪਣੇ ਆਪ ਨੂੰ, ਹਾਂ ਉਹਨਾਂ ਕਹਿਣਾ ਚੰਗਾ, ਉਹਨਾਂ ਕਹਿਣਾ ਵੀ ਚੰਗਾ ਲੱਭ ਜਿਆ। ਜਦੋਂ ਉਹਨਾਂ ਨੇ ਕਿਸੇ ਹੋਰ ਪੰਜਾਬੀ ਨੂੰ ਜਾਂ ਸਿੱਖ ਨੂੰ ਚਲੋ ਜਾਂ ਪੰਜਾਬੀ ਨੂੰ ਕਹਿ ਦੇਣਾ ਤੇ ਉਹਨਾਂ ਕਹਿਣਾ ਕਾਲਿਆ, ਬਹੁਤ ਭੈੜਾ ਲੱਗਣਾ ਜੀ।
ਉਹੀ ਸੀ ਨਾ। ਬਿਲਕੁਲ ਡੈਫੀਨਿਟਲੀ ਜੇ ਸਿਖਾਲਦੀ ਉਹਨਾਂ ਕਹਿਣਾ ਖਰੇ ਚੰਗੀ ਕਰਨੀ, ਅਗਲੇ ਬਾਹਰਲੇ ਖਰੇ ਸੋਚਣਗੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਸਿੱਖ ਨੂੰ ਕਹਿਣਗੇ ਤੂੰ ਤਾਂ ਬਦਤਮੀਜ਼ ਆ ਬਈ, ਤੁਹਾਡਾ ਜਥੇਦਾਰ ਕਹਿੰਦਾ, ਤੁਹਾਡਾ ਪੌਪ ਕਹਿੰਦਾ ਪਿਆ, ਜਿਵੇਂ ਈਸਾਈਆਂ ਦਾ ਪੌਪ ਹੈ। ਬਿਲਕੁਲ ਕੀ ਇਹ ਜਥੇਦਾਰ ਨੂੰ ਸੋਭਦਾ। ਹੁਣ ਇਹ ਤੂੰ ਗਾਂ ਗੱਲ ਆ ਕੀ ਜਿਹੜੇ ਸਿੱਖ ਆ ਉਹ ਇਹਨੂੰ ਹਾਜ਼ਮ ਕਰ ਜਾਣਗੇ। ਜੇ ਹਾਜ਼ਮ ਕਰਦੇ ਤਾਂ ਕੀ ਉਹਨਾਂ ਦੀ ਜ਼ਮੀਰ ਨਹੀਂ ਜਾਗਦੀ। ਮੈਂ ਇਸੇ ਕਰਕੇ ਤੁਹਾਡੇ ਨਾਲ ਮੈਂ ਕਲਿੱਪ ਵੀ ਪਾਇਆ ਸੀ ਵੀ ਸਾਡੀ ਜ਼ਮੀਰਾਂ ਨੂੰ ਤੁਸੀਂ ਕਿਉਂ ਮਾਰਨ ਤੇ ਤੁਰੇ ਹੋ। ਸਾਡੇ ਬਜ਼ੁਰਗ, ਮੇਰੇ ਆਪਣੇ ਬਜ਼ੁਰਗ, ਮੇਰੇ ਦੇ ਪੜਦਾਦਾ ਜੀ ਉਹ ਕੈਨੇਡਾ ਚਲੇ ਗਏ ਕਿ 1790 ਦੇ ਲਗਭਗ। ਮੇਰੇ ਬਾਬਾ ਜੀ 7 ਸਾਲ ਦੇ 6-7 ਸਾਲ ਦੇ, ਠੀਕ ਹੈ। ਔਰ ਉਦੋਂ ਉਹ ਗਦਰੀ ਬਾਬਿਆਂ ਦੇ ਨਾਲ ਲਿੰਕ ਦੇ ਵਿੱਚ ਰਹੇ। ਉਹਨਾਂ ਨੇ ਜਦੋਂ ਮੁੜ ਉੱਥੇ ਗਏ ਤਾਂ ਨਹੀਂ ਵਾਪਸ, ਪਰ ਉੱਥੇ ਮਦਦ 'ਚ ਰਹੇ ਜੀ। ਉਹਨਾਂ ਦੇ ਜਿਹੜੇ ਛੋਟੇ ਭਾਈ ਸਾਹਿਬ ਸੀ ਬਾਬਾ ਸੰਤਾ ਸਿੰਘ ਜੀ, ਔਰ ਉਹਨਾਂ ਨੇ ਜੱਤੋ ਦੇ ਮੋਰਚੇ ਦੇ ਵਿੱਚ ਸ਼ਹੀਦੀ ਦਿੱਤੀ। ਵੀ ਲੋਕ ਤਾਂ ਇਹ ਤਾਂ ਹੋਰਨਾਂ ਨੇ ਵੀ ਦਿੱਤੀਆਂ, ਮੈਂ ਤਾਂ ਆਪਣੀ ਤਾਂ ਆਪਦੇ ਪਰਸਨਲ ਇਹਦੇ ਦੱਸ ਰਿਹਾ ਵੀ ਤੁਸੀਂ ਕਹਿੰਦੇ ਕਿ ਵੀ ਅਸੀਂ ਆਪਣੀ ਜ਼ਮੀਰ ਮਾਰ ਜਾਈਏ, ਅਸੀਂ ਮੂੰਹ ਬੰਦ ਰੱਖ ਲਈਏ, ਇਹ ਨਹੀਂ ਹੋਣਾ। ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਿੱਖਾਂ ਨੂੰ ਜੀ ਵੀ ਜਥੇਦਾਰ ਸਾਹਿਬ ਨੂੰ ਇਸ ਚੀਜ਼ ਦੇ ਜਿਹੜੇ ਲਫ਼ਜ਼ ਸੀਗੇ ਨਾ ਬਹੁਤ ਗਲਤ ਆ। ਔਰ ਇਹਦੇ ਬਾਰੇ ਜਥੇਦਾਰ ਹੋਣਾ ਨੂੰ ਇਹ ਚਾਹੀਦਾ ਕਿ ਆਪਦੀ ਕੁਰਸੀ ਨੂੰ ਜਿਹੜੇ ਛੱਡ ਦੇਣ, ਕੋਈ ਹੋਰ ਆ ਜਾਏ, ਕਿਉਂਕਿ ਇਹਨਾਂ ਨੇ ਬਹੁਤ ਵੱਡਾ ਖਿਤਾਬ ਦਿੱਤਾ ਸਿੱਖਾਂ ਨੂੰ। ਇਹ ਹਾਜ਼ਮ ਨਹੀਂ ਹੋਣਾ। ਜਿਹੜਾ ਹਾਜ਼ਮ ਕਰਦਾ ਬਾਦਲ ਵਰਗੇ ਜਾਂ ਹੋਰ ਜਿਹੜੇ ਕਰਦੇ ਆ, ਫਿਰ ਉਹ ਆਪਣੀ ਜ਼ਮੀਰ ਨੂੰ ਜ਼ਰੂਰ ਜਦੋਂ ਵੀ ਕਿਤੇ ਦਸਤਾਰ ਸਜਾਉਂਦੇ ਜਾਂ ਬਹਿੰਦੇ ਆਪਣੇ ਆਪ ਨੂੰ ਸਵਾਰਦੇ ਸ਼ੀਸ਼ਾ ਦੇਖਣ ਕਿ ਵੀ ਕੀ ਤੁਹਾਡੀ ਜ਼ਮੀਰ ਜਾਗਦੀ ਆ ਕਿ ਕਾਰਜਕਾਰੀ ਜਥੇਦਾਰ ਨੇ ਤੁਹਾਨੂੰ ਕਹਿਤਾ ਬਦਤਮੀਜ਼ ਆ, ਵੀ ਕੀ ਤੁਸੀਂ ਬਦਤਮੀਜ਼ ਆ। ਤੇ ਜੇ ਜਥੇਦਾਰ ਖੁਦ ਵੀ ਤਾਂ ਅਕਾਲ ਤਖਤ ਦਾ ਜਿਹੜਾ ਕਾਰਜਕਾਰੀ ਜਥੇਦਾਰ ਉਹ ਵੀ ਤਾਂ ਆਪਣੇ ਆਪ ਨੂੰ ਸਿੱਖ ਹੀ ਕਹਾਉਂਦਾ, ਤਾਂ ਫਿਰ ਉਹ ਆਪਣੇ ਆਪ ਨੂੰ ਕਿਹੜਾ ਖਿਤਾਬ ਦੇਊਗਾ। ਬਿਲਕੁਲ ਹਟਵਾਲ ਸਾਹਿਬ, ਬਹੁਤ ਧੰਨਵਾਦ ਕਰਦਾ ਮੈਂ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਦਰਸ਼ਕਾਂ ਦੇ ਨਾਲ ਜਿਹੜੇ ਵਿਚਾਰਾਂ ਦੀ ਸਾਂਝ ਪਾਈ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਰਸ਼ਕੋ, ਬਿਲਕੁਲ ਬਦਤਮੀਜ਼ ਕਹਿ ਦੇਣਾ ਦੁਨੀਆ ਦੇ ਵਿੱਚ ਵਸਦੇ ਹੋਏ ਸਿੱਖਾਂ ਵੱਲੋਂ, ਜਥੇਦਾਰ ਵੱਲੋਂ। ਸੋ ਇਹ ਗੱਲ ਦੀ ਜੋ ਉਹਨਾਂ ਦੀ ਮਨਸ਼ਾ ਲੱਗਦੀ ਉਹਦੇ ਵਿੱਚ ਉਹ ਇਹ ਸੋਚਦੇ ਨੇ ਵੀ ਸ਼ਾਇਦ ਇਹਨਾਂ ਨੇ ਬਾਦਲ ਦਲ ਨੂੰ ਵੋਟਾਂ ਨਹੀਂ ਪਾਈਆਂ, ਇਸ ਕਰਕੇ ਇਹ ਬਦਤਮੀਜ਼ ਨੇ। ਜੇਕਰ ਉਹਨਾਂ ਨੂੰ ਵੋਟਾਂ ਪਾ ਦਿੰਦੇ ਤਾਂ ਸਿੱਖ ਚੰਗੇ ਸੀ। ਸੋ ਬਹੁਤ ਸਾਰੇ ਐਸੇ ਹੋਰ ਕੰਮ ਨੇ ਕਰਨ ਵਾਲੇ ਜਿਨ੍ਹਾਂ ਦੇ ਉੱਤੇ ਕਦੇ ਵੀ ਅਕਾਲ ਤਖਤ ਤੋਂ ਕੋਈ ਵੀ ਬਿਆਨ ਜਿਹੜਾ ਹੈ ਉਹ ਜ਼ਿਆਦਾਤਰ ਨਹੀਂ ਦੇਖਿਆ ਜਾਂਦਾ। ਸੋ ਸੋਚਣਾ ਚਾਹੀਦਾ ਆਖਰ ਕਿਉਂ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ। ਇੱਕ ਪਰਿਵਾਰ ਦੇ ਹੋ ਕੇ ਅਸੀਂ ਕਿਉਂ ਰਹਿ ਗਏ ਹਾਂ। ਦੁਨੀਆ ਭਰ 'ਚ ਸਿੱਖ ਵਸਦਾ। ਅੱਜ ਇੱਕ ਪਰਿਵਾਰ ਦੀ ਜੇਕਰ ਦੁਨੀਆ ਦੇ ਵਿੱਚ ਵਸਦਾ ਹੋਇਆ ਸਿੱਖ ਜੇ ਇੱਕ ਪਰਿਵਾਰ ਦੀ ਨਹੀਂ ਮੰਨਦਾ, ਇਹਦਾ ਮਤਲਬ ਕਿ ਉਹ ਸਿੱਖ ਨਹੀਂ ਹੈਗਾ। ਬੜੇ ਸਾਰੇ ਸਵਾਲ ਪੈਦਾ ਹੁੰਦੇ ਨੇ। ਬਹੁਤ ਧੰਨਵਾਦ। ਮਿਲਾਂਗੇ ਕਿਸੇ ਹੋਰ ਟੌਪਿਕ ਦੇ ਨਾਲ। ਚੜ੍ਹਦੀ ਕਲਾ 'ਚ ਰਹੋ। ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।